ਉੱਥੇ ਸਾਡਾ ਜਨਮ ਹੋਇਆ ਹੈ ਸਾਰਿਆਂ ਦਾ, ਜਿਸ ਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸੁਣ ਕਹਿੰਦੇ ਨੇ। ਉਹ ਆਪਣਾ ਸਾਰਿਆਂ ਦਾ ਘਰ ਹੈ। ਸਤਿਗੁਰ ਤੇ ਪਾਏ ਵਿਚਾਰਾ, ਸੁਣ ਸਮਾਧ ਸੱਚੇ ਕਰਵਾਰਾ। ਉੱਥੋਂ ਹੀ ਪਰਮਾਤਮਾ ਨੇ ਖੇਲ ਰਚ ਕੇ ਤੇ ਸਾਨੂੰ ਸਾਰਿਆਂ ਨੂੰ ਖੇਲਣ ਵਾਸਤੇ ਭੇਜਿਆ ਹੈ। ਤੇ ਜਿੱਥੇ ਅਸੀਂ ਖੇਲਣ ਵਾਸਤੇ ਆਏ ਹਾਂ ਉਹ ਆਲੋਕ ਹੈ। ਇਸ ਨੂੰ ਮਾਤ ਲੋਕ ਵੀ ਕਹਿੰਦੇ ਨੇ, ਕਿਉਂਕਿ ਮਾਤਾ ਦੇ ਰਾਹੀਂ ਅਸੀਂ ਸੰਸਾਰ ਵਿੱਚ ਪ੍ਰਗਟ ਹੁੰਦੇ ਹਾਂ। ਇਹ ਚਾਰ ਖਾਣੀਆਂ ਨੇ, ਅੰਡਜ, ਜੇਰਜ, ਛੇਦਜ, ਕੀਨੀ, ਉਤਪੁਜ, ਖਾਣ, ਬਹੁਤ ਰਚ ਦੀਨੇ, ਜਿਸ ਦੇ ਵਿੱਚ ਸਾਨੂੰ ਵੀ ਭੇਜਿਆ ਗਿਆ ਹੈ। ਤੇ ਜਿੱਥੇ ਅਸੀਂ ਖੇਲਣ ਵਾਸਤੇ ਆਏ ਹਾਂ, ਇੱਥੋਂ ਦਾ ਜਿਹੜਾ ਖੇਲ ਹੈ ਉਹ ਪਾਉਣ ਦੁਆਰਾ ਚੱਲਦਾ ਹੈ। ਨਾਲ ਤੁਸੀਂ ਆਪਣੇ ਅੰਦਰ ਵੀ ਝਾਤ ਮਾਰ ਕੇ ਦੇਖਣਾ ਹੈ, ਸਮਝਣ ਦਾ ਯਤਨ ਕਰਨਾ ਹੈ। ਆ ਜਿਹੜਾ ਸਰੀਰ ਹੈ, ਜੋ ਆਪਾਂ ਕੱਲ ਸਮਝਿਆ ਸੀ ਸਾਰਿਆਂ ਨੇ, ਇਹ ਜਿਹੜਾ ਆਕਾਰ ਹੈ, ਘਰ ਹੈ, ਕਾਇਆ ਹੈ, ਮੰਦਰ ਹੈ, ਹੋਰ ਵੀ ਬਹੁਤ ਸਾਰੇ ਨਾਂ ਇਹਦੇ ਰੱਖੇ ਹੋਏ ਨੇ। ਇਹ ਜਿਹੜਾ ਆਕਾਰ ਹੈ ਇਹ ਪਾਉਣ ਦੇ ਵਿੱਚ ਪਰੋਇਆ ਹੋਇਆ ਹੈ। ਇਹ ਸਰੀਰ ਪਾਉਣ ਦੁਆਰਾ ਚੱਲਦਾ ਹੈ। ਆ ਜਿਹੜੀ ਹਵਾ ਚੱਲਦੀ ਹੈ, ਇੱਥੋਂ ਸਵਾਸ ਅੰਦਰ ਜਾ ਰਿਹਾ ਹੈ, ਹਰਕਤ ਕਰਦਾ ਹੈ। ਜਦੋਂ ਸਵਾਸ ਰੁਕ ਜਾਂਦਾ ਹੈ, ਇੱਥੋਂ ਦਾ ਖੇਲ ਖਤਮ ਹੈ। ਅਸੀਂ ਉਨੀ ਦੇਰ ਇੱਥੇ ਰਹਿ ਸਕਦੇ ਹਾਂ ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ। ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ, ਪਵਣੇ ਖੇਲ ਕੀਆ ਸਭ ਥਾਈ। ਪਰਮਾਤਮਾ ਨੇ ਪਾਉਣ ਦੁਆਰਾ ਖੇਲ ਸ਼ੁਰੂ ਕੀਤਾ ਹੈ। ਇਹ ਜਿਹੜੀ ਪਾਉਣ ਹੈ, ਉਸ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਜਿੰਨੀ ਕਮਿਟਮੈਂਟ ਹੁੰਦੀ ਹੈ ਮਨ ਦੇ ਨਾਲ, ਉਹਨੇ ਸਵਾਸ ਮਿਲਦੇ ਨੇ ਖੇਲਣ ਵਾਸਤੇ। ਗਿਣਤੀ ਦੇ ਹੁੰਦੇ ਨੇ, ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਹੁਣ ਇਹ ਜਿਹੜੇ ਸਵਾਸ ਨੇ, ਇਹ ਜਿਹੜੀ ਪਾਉਣ ਹੈ, ਇਹ ਪਾਉਣ ਦੇ ਵਿੱਚ ਆ ਜਿਹੜਾ ਆਕਾਰ ਹੈ ਇਹ ਪਰੋਇਆ ਹੋਇਆ ਹੈ। ਸਾਰੇ ਸਰੀਰ ਪਾਉਣ ਦੇ ਵਿੱਚ ਪਰੋਏ ਹੋਏ ਨੇ ਤੇ ਪਾਉਣ ਉਸਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ, ਪਵਨ ਪਰੋਇਆ ਸਗਲ ਆਕਾਰਾ। ਸਾਰੇ ਆਕਾਰ ਪਾਉਣ ਦੇ ਵਿੱਚ ਪਰੋ ਕੇ ਪਾਉਣ ਆਪਣੇ ਹੱਥ ਰੱਖ ਲਈ ਹੈ। ਜੇ ਤੁਸੀਂ ਇਸ ਦੇਸ਼ ਵਿੱਚ ਵਿਚਰਨਾ ਹੈ ਤਾਂ ਤੁਹਾਨੂੰ ਪਾਉਣ ਦਾ ਇਸਤੇਮਾਲ ਕਰਨਾ ਪਏਗਾ। ਉਨੀ ਦੇਰ ਤੱਕ ਤੁਸੀਂ ਸਰੀਰ ਵਿੱਚ ਰਹਿ ਨਹੀਂ ਸਕਦੇ ਕਿ ਰਹਿ ਸਕਦੇ ਹੋ। ਇਸ ਕਰਕੇ ਇਹ ਜੋ ਦਾ ਜਿਹੜਾ ਖੇਲ ਹੈ ਲੋਕ ਦਾ, ਇਹ ਪਾਉਣ ਦੁਆਰਾ ਚੱਲਦਾ ਹੈ। ਇਸ ਕਰਕੇ ਇਸ ਲੋਕ ਦਾ ਜਿਹੜਾ ਗੁਰੂ ਹੈ ਉਹ ਪਾਉਣ ਗੁਰੂ ਹੈ। ਇਹਨੂੰ ਫਿਰ ਮਹਾਰਾਜ ਕਹਿੰਦੇ ਨੇ ਪਵਨ ਗੁਰੂ। ਇਸ ਲੋਕ ਦਾ ਗੁਰੂ ਪਾਉਣ ਹੈ। ਹੁਣ ਮਨ ਨੇ ਜਦੋਂ ਇਹ ਪਾਉਣ ਨੂੰ ਛੱਡਣਾ ਹੈ, ਮਨ ਦੀ ਜਿਹੜੀ ਲਿਵ ਹੈ ਉਹ ਸ਼ਬਦ ਦੇ ਨਾਲ ਜੁੜਨੀ ਹੈ, ਕਿਉਂਕਿ ਮਨ ਕਦੀ ਮਰਦਾ ਨਹੀਂ ਹੈ।
ਇਹ ਸਰੀਰ ਦੀ ਹੋਂਦ ਤੋਂ ਪਹਿਲਾਂ ਹੀ ਮਨ ਦਾ ਜਨਮ ਹੋਇਆ ਹੈ। ਮਨ ਨੇ ਜਦੋਂ ਪਾਉਣ ਨੂੰ ਛੱਡਣਾ ਹੈ ਤੇ ਉਸਨੇ ਸ਼ਬਦ ਨੂੰ ਪਕੜਨਾ ਹੈ। ਇਹ ਜਿਹੜਾ ਸ਼ਬਦ ਹੈ, ਇਹ ਸ਼ਬਦ ਵੀ ਸੱਚ ਦੇ ਵਿੱਚੋਂ ਪ੍ਰਗਟ ਹੋ ਰਿਹਾ ਹੈ। ਇਹ ਜਿਹੜਾ ਸ਼ਬਦ ਹੈ, ਕੱਲ ਆਪਾਂ ਵਿਚਾਰ ਕੀਤੀ ਸੀ, ਕੁਝ ਗੁਰਮੁਖ ਤੁਹਾਡੇ ਵਿੱਚੋਂ ਨਹੀਂ ਸੀ ਆਏ। ਇਸ ਕਰਕੇ ਇਹ ਜਿਹੜੀ ਬ੍ਰਹਮ ਵਿਦਿਆ ਹੈ, ਇਹਨੂੰ ਆਪਾਂ ਲਗਾਤਾਰ ਸਰਵਣ ਕਰਨਾ ਹੁੰਦਾ ਹੈ। ਵੀ ਥੋੜਾ ਜਿਹਾ ਪੁਆਇੰਟ ਰਹਿ ਗਿਆ, ਫਿਰ ਸਮਝ ਨਹੀਂ ਲੱਗਦੀ। ਹੁਣ ਇਹ ਜਿਹੜਾ ਸ਼ਬਦ ਹੈ, ਇਹ ਵੀ ਸੱਚ ਵਿੱਚੋਂ ਪ੍ਰਗਟ ਹੁੰਦਾ ਹੈ। ਜੇ ਹੁਣ ਅਸੀਂ ਪਾਉਣ ਨੂੰ ਛੱਡ ਕੇ ਤੇ ਆਪਣੇ ਘਰ ਵਿੱਚ ਜਾਣਾ ਚਾਹੁੰਦੇ ਹਾਂ, ਜਿਸ ਨੂੰ ਬ੍ਰਹਮ ਕਹਿੰਦੇ ਨੇ, ਪਰਲੋਕ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕਹਿੰਦੇ ਨੇ, ਅਬਚਲ ਨਗਰ ਕਹਿੰਦੇ ਨੇ, ਦਰਗਾਹ ਕਹਿੰਦੇ ਨੇ, ਜਾਂ ਸਾਡਾ ਆਪਣਾ ਨਿੱਜੀ ਘਰ ਹੈ, ਉਸ ਵਾਸਤੇ ਪਾਉਣ ਨੂੰ ਛੱਡ ਕੇ ਸਾਨੂੰ ਸ਼ਬਦ ਨੂੰ ਪਕੜਨਾ ਪਏਗਾ। ਇਹ ਜਿਹੜਾ ਸ਼ਬਦ ਹੈ, ਸਾਨੂੰ ਬ੍ਰਹਮ ਲੋਕ ਵਿੱਚ ਲੈ ਕੇ ਜਾਂਦਾ ਹੈ। ਇਸ ਲੋਕ ਦਾ ਜਿਹੜਾ ਗੁਰੂ ਹੈ, ਇਹ ਸ਼ਬਦ ਹੈ। ਇਸ ਕਰਕੇ ਉੱਥੇ ਮਹਾਰਾਜ ਸ਼ਬਦ ਵਰਤਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਸੁਰਤ ਪਾਉਣ ਨੂੰ ਛੱਡ ਦਿੰਦੀ ਹੈ ਤੇ ਸੁਰਤ ਦਾ ਜਿਹੜਾ ਗੁਰੂ ਹੈ, ਉਹ ਸ਼ਬਦ ਹੁੰਦਾ ਹੈ। ਸ਼ਬਦ ਦੇ ਵਿੱਚ ਸਮਾ ਕੇ ਹੀ ਅਸੀਂ ਆਪਣੇ ਘਰ ਜਾ ਸਕਦੇ ਹਾਂ। ਸ਼ਬਦ ਵਿੱਚ ਸਮਾ ਕੇ ਹੀ ਅਸੀਂ ਬ੍ਰਹਮ ਦੇ ਵਿੱਚ ਜਾ ਸਕਦੇ ਹਾਂ। ਇਸ ਕਰਕੇ ਇਹ ਦੋ ਦੇਸ਼ ਨੇ, ਇੱਕ ਲੋਕ ਹੈ, ਇੱਕ ਪਰਲੋਕ ਹੈ। ਤੇ ਇਹਨਾਂ ਦੇ ਵਿੱਚ ਇੱਕ ਪਾਸੇ ਪੌਣ ਗੁਰੂ ਹੈ, ਇੱਕ ਪਾਸੇ ਸ਼ਬਦ ਗੁਰੂ ਹੈ। ਸਮਝ ਲੱਗੀ ਸਾਰਿਆਂ ਨੂੰ? ਹੁਣ ਅਸੀਂ ਇੱਥੇ ਆਏ ਹਾਂ ਸਾਰੇ ਖੇਲਣ ਵਾਸਤੇ। ਹੁਣ ਜਿੱਥੇ ਸਾਨੂੰ ਖੇਲਣ ਵਾਸਤੇ ਭੇਜਿਆ ਹੈ, ਉਹ ਆਹ ਇਲਾਕਾ ਹੈ ਪੌਣ ਦਾ। ਆਹ ਘਰ ਹੈ, ਆਕਾਰ ਹੈ। ਇਹਦੇ ਵਿੱਚ ਹੁਣ ਮੰਨ ਲਓ ਜਨਮ ਹੋ ਗਿਆ ਹੈ, ਆਪਾਂ ਸੰਸਾਰ ਵਿੱਚ ਆ ਗਏ ਹਾਂ। ਜਨਮ ਹੋ ਗਿਆ, ਸੰਸਾਰ ਵਿੱਚ ਆ ਗਏ, ਸਰੀਰ ਵਿੱਚ ਆ ਗਏ, ਆ ਤਾਂ ਗਏ। ਹੁਣ ਇੱਥੇ ਆਪਾਂ ਕਿੰਨਾ ਕੁ ਚਿਰ ਰਹਿ ਸਕਦੇ ਹਾਂ? ਹਾਂਜੀ, ਤੁਸੀਂ ਦੱਸੋ। ਹੁਣ ਇੱਥੇ ਆਪਾਂ ਕਿੰਨਾ ਕੁ ਚਿਰ ਹਾਂ? ਹਾਂਜੀ, ਜਿੰਨਾ ਚਿਰ ਸਵਾਸ ਨੇ। ਤੇ ਜਦੋਂ ਇਹ ਸਵਾਸ ਖਤਮ ਹੋ ਗਏ, ਉਸ ਨੂੰ ਅਸੀਂ ਮੌਤ ਆਖਦੇ ਹਾਂ, ਮਰਨ ਆਖਦੇ ਹਾਂ। ਤੇ ਜਦੋਂ ਸਵਾਸ ਖਤਮ ਹੋ ਗਏ, ਮੌਤ ਆ ਗਈ, ਇਹ ਸਰੀਰ ਛੱਡ ਦਿੱਤਾ, ਅਸੀਂ ਕਿੱਥੇ ਜਾਵਾਂਗੇ? ਹਾਂਜੀ, ਮਤਲਬ ਕਿ ਸੋਚ ਕੇ ਦੱਸੋ। ਕਿਉਂਕਿ ਅੱਜ ਦੋ ਚਾਰ ਗੱਲਾਂ ਜੀਵ ਸਿੱਖ ਜਾਂਦਾ ਹੈ। ਕੋਈ ਥੋੜਾ ਬਿਜ਼ਨਸ ਮਾਈਂਡਡ ਹੋ ਗਿਆ, ਉਹਨੇ ਬਿਜ਼ਨਸ ਸੈਟਅਪ ਕਰ ਲਿਆ। ਕਿਸੇ ਨੇ ਦੋ ਚਾਰ ਗੱਲਾਂ ਕਰਨੀਆਂ ਸਿੱਖ ਲਈਆਂ, ਉਹ ਸਿਆਣਾ ਬਣ ਜਾਂਦਾ ਹੈ। ਤੇ ਉਹ ਕਹਿੰਦਾ ਅੱਗੇ ਤਾਂ ਕੁਛ ਹੈਗਾ ਹੀ ਨਹੀਂ ਹੈ, ਸਾਰਾ ਕੁਝ ਤਾਂ ਇੱਥੇ ਹੀ ਹੈ। ਜਾਂ ਬਹੁਤੇ ਜੀਵ ਐਸੇ ਨੇ, ਉਹ ਕਹਿੰਦੇ ਨੇ ਵੀ ਅਸੀਂ ਐਸੇ ਮਰਨ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਸਾਨੂੰ ਉੱਥੇ ਥਾਂ ਮਿਲ ਜਾਏਗੀ। ਹੁਣ ਜਿਸ ਤਰ੍ਹਾਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਤੇ ਤੁਹਾਡਾ ਡੋਰ ਆਣ ਕੇ ਕੋਈ ਖੜਕਾਏਗਾ ਵੀ ਮੈਨੂੰ ਆਪਣੇ ਘਰ ਦਾਖਲ ਕਰ ਲਓ, ਤੁਸੀਂ ਉਸ ਨੂੰ ਅੰਦਰ ਵਾੜੋਗੇ? ਹਾਂਜੀ। ਹੁਣ ਜਿੱਥੇ ਤੁਸੀਂ ਜਾਣਾ ਹੈ, ਉਸ ਘਰ ਦਾ ਪਤਾ ਨਹੀਂ ਸਾਨੂੰ, ਮਾਤਾ ਪਿਤਾ ਦੇ ਨਾਲ ਮਿਲਾਪ ਨਹੀਂ ਹੋਇਆ, ਤੇ ਕੱਲ੍ਹ ਨੂੰ ਇਹ ਸਰੀਰ ਛੱਡ ਦਿੱਤਾ ਤੇ ਅਸੀਂ ਕਿਵੇਂ ਘਰ ਜਾ ਸਕਦੇ ਹਾਂ? ਇਸ ਵਾਸਤੇ ਮਾਰੇ ਕਹਿੰਦੇ ਨੇ ਸਾਨੂੰ ਸਿਰਫ ਇਹਨਾਂ ਦੋਵਾਂ ਚੀਜ਼ਾਂ ਦਾ ਪਤਾ ਹੈ, ਇੱਕ ਜੰਮਣ ਦਾ ਤੇ ਪਤਾ ਹੈ ਮੌਤ ਹੋ ਜਾਣੀ ਹੈ। ਪਰ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਜੀਵਨ ਦਾ ਸਫ਼ਰ ਹੈ,
ਜੋ ਜੀਵਨ ਦੀ ਜਾਂਚ ਹੈ ਉਹ ਅਸੀਂ ਭੁੱਲ ਗਏ ਹਾਂ। ਜਿਸ ਕਰਕੇ ਮਾਰੇ ਕਹਿੰਦੇ ਨੇ ਮੱਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀਂ। ਹੁਣ ਜਨਮ ਹੋ ਗਿਆ, ਮੌਤ ਹੋ ਜਾਣੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਉਹ ਜੀਵਨ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਦੇਹ ਛੱਡਣ ਤੋਂ ਬਾਅਦ ਜਿੱਥੋਂ ਆਏ ਹਾਂ ਅਸੀਂ ਉੱਥੇ ਵਾਪਸ ਸਮਾ ਸਕੀਏ। ਤਾਂ ਸਾਡਾ ਜਿਹੜਾ ਜੀਵਨ ਹੈ, ਇਹ ਜੀਵਨ ਦੀ ਯਾਤਰਾ ਹੈ, ਉਹ ਸਾਡੀ ਸੰਪੂਰਨ ਹੁੰਦੀ ਹੈ। ਅਦਰਵਾਈਜ਼ ਅਸੀਂ ਭਾਵੇਂ ਜੀਵਨ ਕਿੰਨਾ ਵੀ ਅੱਛਾ, ਕਿੰਨਾ ਵੀ ਸੰਸਾਰ ਦੀਆਂ ਗੱਲਾਂ ਬਾਤਾਂ ਸੰਸਾਰ ਦੇ ਵਿੱਚ ਸਿੱਖ ਲੈਂਦੇ ਹਾਂ, ਤੇ ਜੇ ਅਸੀਂ ਸੱਚ ਤੱਕ ਨਹੀਂ ਪਹੁੰਚਦੇ ਤੇ ਸਾਡੀ ਯਾਤਰਾ ਸਫਲ ਨਹੀਂ ਹੁੰਦੀ। ਪਾਤਸ਼ਾਹ ਗੁਰਬਾਣੀ ਅੰਦਰ ਫਰਮਾਉਂਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਪਾਂ ਇੱਥੇ ਆ ਚੁੱਕੇ ਹਾਂ ਸਾਰੇ। ਹੁਣ ਜਿੱਥੇ ਅਸੀਂ ਆ ਚੁੱਕੇ ਹਾਂ, ਇੱਥੋਂ ਦਾ ਜਿਹੜਾ ਖੇਲ ਹੈ ਉਹ ਪਾਉਣ ਦੁਆਰਾ ਚੱਲਦਾ ਹੈ। ਇਹ ਜਿਹੜੀ ਪਾਉਣ ਹੈ, ਇਹ ਜਿਹੜੇ ਸਵਾਸ ਨੇ, ਇਹ ਗਿਣਤੀ ਦੇ ਨੇ। ਇਹ ਹੌਲੀ 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 ਕਰਕੇ ਘਟ ਰਹੇ ਨੇ। ਮਾਰੇ ਗੁਰਬਾਣੀ ਕਹਿੰਦੇ ਨੇ, ਗਣ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲਸਾਰ। ਹੁਣ ਮਨ ਜਦੋਂ ਇਸ ਇਲਾਕੇ ਵਿੱਚ ਆ ਚੁੱਕਾ ਹੈ, ਇਹਨੂੰ ਕਾਲ ਦਾ ਦੇਸ਼ ਕਹਿੰਦੇ ਨੇ। ਆ ਨਿਰੰਕਾਰ ਦਾ ਦੇਸ਼ ਹੈ। ਹੁਣ ਕਾਲ ਦੇ ਦੇਸ਼ ਦੇ ਵਿੱਚ ਜਿੱਥੇ ਮਨ ਆਉਂਦਾ ਹੈ, ਇਹਨੇ ਤ੍ਰੈ ਗੁਣਾਂ ਦੇ ਵਿੱਚ ਖੇਲਣਾ ਹੁੰਦਾ ਹੈ। ਸਭ ਤੋਂ ਪਹਿਲਾਂ ਮਨ ਆਉਂਦਾ ਹੈ ਰਜੋ ਗੁਣ ਦੇ ਉੱਪਰ। ਰਜੋ ਗੁਣ ਦੇ ਉੱਪਰ ਮਨ ਨੇ ਜਦੋਂ ਆਉਣਾ ਹੈ, ਇੱਥੇ ਆ ਕੇ ਅਰਥਚਾਰਾ ਲੈਣਾ ਹੈ। ਅਰਥਚਾਰਾ ਹੁੰਦਾ ਹੈ ਇਸ ਤਨ ਦੀ ਖੁਰਾਕ, ਸਰੀਰ ਦੀ ਖੁਰਾਕ। ਇੱਥੋਂ ਦੋ ਰਸਤੇ ਸ਼ੁਰੂ ਹੁੰਦੇ ਨੇ, ਇੱਕ ਲਿਵ, ਇੱਕ ਧਾਤ। ਹੁਣ ਰਜੋ ਗੁਣ ਤੋਂ ਕਰਮ ਕਰਦੇ ਕਰਦਿਆਂ ਅਸੀਂ ਓਨੀ ਕੁ ਦੂਰ ਜਾਣਾ ਹੁੰਦਾ ਹੈ ਜਿੱਥੋਂ ਸਾਡੀ ਜਿਹੜੀ ਲਿਵ ਹੈ ਉਹ ਸ਼ਬਦ ਦੇ ਨਾਲ ਜੁੜੀ ਰਵੇ, ਟੁੱਟੇ ਨਾ। ਜੇ ਸ਼ਬਦ ਨਾਲ ਲਿਵ ਜੁੜੀ ਰਹੇਗੀ, ਮਨ ਦੇ ਅੰਦਰ ਨਿਮਰਤਾ, ਸੰਤੋਖ, ਦਇਆ ਤੇ ਧਰਮ ਦੇ ਗੁਣ ਪੈਦਾ ਹੋਣਗੇ। ਉਸ ਵਕਤ ਜਿਹੜਾ ਮਨ ਹੈ ਉਹ ਧਰਮ ਦੇ ਮਾਰਗ ਤੇ ਚੱਲਦਾ ਹੈ। ਜਿੱਥੋਂ ਨਾ ਸਮਝ ਲੱਗੇ ਤੁਸੀਂ ਪੁੱਛ ਸਕਦੇ ਹੋ। ਰਜੋ ਗੁਣ, ਜਿਸ ਤਰ੍ਹਾਂ ਆਪਾਂ ਕੋਈ ਕੰਮ ਕਰਦੇ ਹਾਂ, ਕੋਈ ਜੌਬ ਕਰਦੇ ਹਾਂ, ਤੇ ਜੇ ਜੌਬ ਕਰਦਿਆਂ ਕਰਦਿਆਂ ਤੁਹਾਡੇ ਅੰਦਰ ਸ਼ਬਦ ਚੱਲਦਾ ਹੈ, ਉਸ ਵਕਤ ਇਹ ਜਿਹੜਾ ਮਨ ਹੈ, ਸੁਰਤ ਜਿਹੜੀ ਹੈ, ਉਹ ਧਰਮ ਦੇ ਰਸਤੇ ਤੇ ਚੱਲਦੀ ਹੈ। ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਉਸ ਵਕਤ ਜਿਹੜਾ ਆਪਣਾ ਮਾਈਂਡ ਹੈ, ਮਨ ਹੈ, ਉਹਨੂੰ ਸੰਤ ਕਹਿੰਦੇ ਨੇ। ਸੰਤ ਬਿਰਤੀ ਹੈ ਉਸਦੀ। ਸੰਤ ਕੋਈ ਇਹ ਨਹੀਂ ਹੁੰਦਾ ਕਿ ਜਿਸ ਨੇ ਚੋਲਾ ਪਾਇਆ ਹੋਵੇ ਜਾਂ ਬਾਹਰੋਂ ਕੋਈ ਪਹਿਰਾਵਾ ਪਾਇਆ ਹੋਵੇ। ਸੰਤ ਮਨ ਦੀ ਅਵਸਥਾ ਹੈ। ਮਨ ਕਦੋਂ ਸੰਤ ਬਣਦਾ ਹੈ?
ਹੁਣ ਤੁਹਾਡੇ ਵਿੱਚ ਵੀ ਕਈ ਗੁਰਮੁਖ ਬੈਠੇ ਨੇ ਜਿਨ੍ਹਾਂ ਦੇ ਅੰਦਰ ਸ਼ਬਦ ਚੱਲਦਾ ਹੈ, ਉਹਨਾਂ ਨੂੰ ਸੰਤ ਕਹਿੰਦੇ ਨੇ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਜਿੱਥੇ ਅਨਹਦ ਸ਼ਬਦ ਵੱਜਦੇ ਨੇ ਉਹ ਸੰਤ ਬਿਰਤੀ ਹੈ। ਉਹ ਮਨ ਇਸ ਰਸਤੇ 'ਤੇ ਚੱਲਦਾ ਪਿਆ ਹੈ। ਉਹ ਨਾਲੇ ਕਰਮ ਵੀ ਕਰਦਾ ਹੈ, ਨਾਲੇ ਸ਼ਬਦ ਨਾਲ ਵੀ ਜੁੜਿਆ ਹੈ, ਤੇ ਸ਼ਬਦ ਨਾਲ ਜੁੜੇ ਹੋਣ ਕਰਕੇ ਉਹਦੇ ਸਵਾਸ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੇ ਨੇ, ਖਰਚ ਨਹੀਂ ਹੁੰਦੇ। ਉਹਨੂੰ ਨਾਮ ਧਨ ਵੀ ਮਿਲਦਾ ਹੈ, ਉਹਦਾ ਦੁਨਿਆਵੀ ਕੰਮ ਵੀ ਸੌਰ ਜਾਂਦਾ ਹੈ, ਉਹ ਆਪਣੇ ਘਰ ਨੂੰ ਵੀ ਲੱਭ ਲੈਂਦਾ ਹੈ। ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਭਾਗਾਂ ਵਾਲਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ, ਸਫਲ ਤਿਨਾ ਕੇ ਕਾਮਾ। ਉਹ ਦੁਨਿਆਵੀ ਕਾਰਜ ਵੀ ਉਹਨਾਂ ਦਾ ਸਫਲ ਹੋ ਗਿਆ, ਔਰ ਸ਼ਬਦ ਨਾਲ ਜੁੜੇ ਹੋਣ ਕਰਕੇ ਉਹ ਆਪਣੇ ਨਿੱਜ ਘਰ ਦੇ ਵਿੱਚ ਵੀ ਚਲੇ ਗਏ, ਤੇ ਉਹਨਾਂ ਦਾ ਨਾਮ ਧਨ ਵੀ ਮਿਲ ਗਿਆ। ਉਹ ਲੋਕ ਤੇ ਪਰਲੋਕ ਉਹਨਾਂ ਦਾ ਸੁਖੀ ਹੋ ਜਾਂਦਾ। ਉਹਨੂੰ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਦੂਸਰਾ ਹੈ, ਜੇ ਅਸੀਂ ਰਜੋਗੁਣ ਤੇ ਆ ਗਏ ਤੇ ਇੱਧਰ ਹੈ ਤਮੋ ਗੁਣ। ਹੁਣ ਜੀਵ ਜਦੋਂ ਅਰਥਚਾਰਾ ਲੈਂਦਾ ਹੈ ਸਰੀਰ ਨੂੰ ਪਾਲਣ ਵਾਸਤੇ, ਜੇ ਉਹਦੀ ਲਿਵ ਸ਼ਬਦ ਨਾਲੋਂ ਟੁੱਟ ਗਈ, ਇਹੋ ਨਾਲ ਨਾਲ ਆਪਣੇ ਮਨ ਦੀ ਅਵਸਥਾ ਵੀ ਦੇਖੀ ਜਾਣੀ ਹੈ। ਜੇ ਉਹ ਆਪਣੇ ਕਰਮ ਤੇ ਬੈਠਾ ਹੈ, ਆਪਣੀ ਜੌਬ ਤੇ ਬੈਠਾ ਹੈ, ਆਪਣੀ ਡਿਊਟੀ ਤੇ ਹੈ, ਜੇ ਉਹਦੀ ਸ਼ਬਦ ਨਾਲ ਲਿਵ ਨਹੀਂ ਜੁੜੀ, ਉਹਦੇ ਅੰਦਰ ਲਹਿਰਾਂ ਚੱਲ ਪੈਂਦੀਆਂ ਨੇ। ਲਹਿਰਾਂ, ਉਹ ਅਰਥਚਾਰਾ ਲੈਂਦਾ ਲੈਂਦਾ ਕੰਮ ਕਰਦਿਆਂ ਕਰਦਿਆਂ ਉਹਦਾ ਧਿਆਨ ਦੂਸਰੇ ਪਾਸੇ ਚਲਾ ਗਿਆ। ਉਹਦੇ ਅੰਦਰ ਤ੍ਰਿਸ਼ਨਾ ਦੀ ਲਹਿਰ ਪੈਦਾ ਹੋ ਗਈ। ਕੰਮ ਕਰ ਰਿਹਾ ਸੀ, ਜੌਬ ਤੋਂ ਆ ਰਿਹਾ ਹੈ, ਲਾਗੋਂ ਦੀ ਕੋਈ ਦੇਖਿਆ, ਉਹਦੇ ਵੱਲ ਦੇਖ ਕੇ ਅੰਦਰ ਤ੍ਰਿਸ਼ਨਾ ਪੈਦਾ ਹੋ ਗਈ, ਜਿਸ ਨੂੰ ਇੰਗਲਿਸ਼ ਡਿਜ਼ਾਇਰ ਕਹਿੰਦੇ ਨੇ। ਹੁਣ ਹੌਲੀ ਹੌਲੀ ਉਹਦਾ ਧਿਆਨ ਆਪਣੇ ਰੁਜ਼ਗਾਰ ਵੱਲ ਘੱਟ ਹੈ ਔਰ ਦੂਸਰਿਆਂ ਦੇ ਕੰਮ ਵੱਲ ਜ਼ਿਆਦਾ ਹੈ। ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਆਸ਼ਾ ਅਭਿਲਾਸ਼ਾ ਤ੍ਰਿਸ਼ਨਾ। ਉਹ ਫਿਰ ਮਨ ਜਿਹੜਾ ਹੈ ਆਸ਼ਾ ਅਭਿਲਾਸ਼ਾ ਤੇ ਤ੍ਰਿਸ਼ਨਾ ਦੇ ਵਿੱਚ ਚਲਾ ਗਿਆ ਹੈ। ਤੇ ਉਹ ਕਿੱਥੇ ਚਲਾ ਗਿਆ? ਉਹਨੂੰ ਕਹਿੰਦੇ ਨੇ ਤ੍ਰੈ ਬਿਧ ਕਰਮ ਕਮਾਈਏ, ਆਸ ਅੰਦੇਸ਼ਾ ਹੋਏ। ਉਹ ਕਰਮ ਤਾਂ ਕਰਦਾ ਹੈ, ਲੇਕਿਨ ਹੌਲੀ ਹੌਲੀ ਤਿੰਨਾਂ ਗੁਣਾਂ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹਦੇ ਅੰਦਰ ਤ੍ਰਿਸ਼ਨਾ ਦੀ ਲਹਿਰ ਪੈਦਾ ਹੁੰਦੀ ਹੈ, ਇੱਥੇ ਮਨ ਕਾਲ ਦੇ ਦਾਇਰੇ ਦੇ ਵਿੱਚ ਹੈ। ਆਹ ਕਾਲ ਦਾ ਦੇਸ਼ ਹੈ ਸਾਰਾ, ਤੇ ਕਾਲ ਦੇਖਦਾ ਰਹਿੰਦਾ ਹੈ। ਕਾਲ ਓਨੀ ਦੇਰ ਤੱਕ ਤੁਹਾਡੇ ਲਾਗੇ ਨਹੀਂ ਆਉਂਦਾ ਜਿੰਨੀ ਦੇਰ ਤੱਕ ਸ਼ਬਦ ਨਾਲ ਲਿਵ ਜੁੜੀ ਹੈ ਤੁਹਾਡੀ, ਕਿਉਂਕਿ ਕਾਲ ਨੂੰ ਹੁਕਮ ਹੈ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਨਹਿ ਛੁਟੈ, ਨਿਕਟ ਨ ਜਾਈ ਹੋ ਦੂਤ। ਜਿੰਨੀ ਦੇਰ ਤੱਕ ਸ਼ਬਦ ਨਾਲ ਲਿਵ ਜੁੜੀ ਹੋਈ ਹੈ, ਇਹ ਦੂਤ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਪਕੜਿਆ ਹੋਇਆ ਹੈ, ਇਹ ਉਨੀ ਦੇਰ ਤੱਕ ਨੇੜੇ ਨਹੀਂ ਆਉਣਗੇ। ਮਾਰੇ ਗੁਰਬਾਣੀ 'ਚ ਦੱਸਦੇ ਨੇ, ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਜਦੋਂ ਇਹ ਸ਼ਬਦ ਨਾਲ ਲਿਵ ਟੁੱਟ ਗਈ ਤੇ ਕਾਲ ਆਪਣੇ ਦੂਤਾਂ ਨੂੰ ਹੁਕਮ ਕਰ ਦਿੰਦਾ ਹੈ। ਮਾਰੇ ਕਹਿੰਦੇ ਨੇ ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਅੰਦਰ ਤ੍ਰਿਸ਼ਨਾ ਦੀ ਲਹਿਰ ਪੈਦਾ ਹੋ ਗਈ। ਇਹ ਤਮੋ ਗੁਣ ਤੋਂ ਕਾਮ, ਕ੍ਰੋਧ, ਲੋਭ, ਹੰਕਾਰ ਜਿਹੜੇ ਨੇ, ਉਹ ਸਭ ਤੋਂ ਪਹਿਲਾਂ ਜਿਹੜਾ ਲੋਭ ਹੈ ਉਹ ਇਸ ਮਨ ਦੇ ਨਾਲ ਸੰਪਰਕ ਕਰ ਦਿੰਦਾ ਹੈ। ਅੰਦਰ ਤ੍ਰਿਸ਼ਨਾ ਦੀ ਲਹਿਰ ਹੈ, ਉਧਰੋਂ ਲੋਭ ਜਿਹੜਾ ਸੀ ਇਹਦੇ ਨਾਲ ਜੁੜ ਗਿਆ।
ਤੈਨੂੰ ਜਿਹੜੀ ਚੀਜ਼ ਚਾਹੀਦੀ ਹੈ ਇਹ ਮਿਲ ਜੇਗੀ, ਅਸੀਂ ਦੇ ਦਿਆਂਗੇ। ਹੁਣ ਮਨ ਨੂੰ ਭਰਮ ਪੈਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਲੋਭ ਦੀ ਲਹਿਰ ਦੇ ਵਿੱਚ ਮਨ ਚਲਾ ਗਿਆ, ਉਹਦੀ ਸੁੱਧ-ਬੁੱਧ ਮਾਰੀ ਜਾਂਦੀ ਹੈ। ਉਹਨੂੰ ਚੇਤਾ ਭੁੱਲ ਜਾਂਦਾ ਹੈ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਮੇਰਾ ਮਾਤਾ ਪਿਤਾ ਕੌਣ ਹੈ, ਮੈਨੂੰ ਸਵਾਸ ਦੇ ਕੇ ਕੌਣ ਜਿੰਦਾ ਰੱਖਦਾ ਹੈ। ਉਹਦਾ ਉੱਧਰ ਧਿਆਨ ਨਹੀਂ। ਲੋਭ ਦੀ ਲਹਿਰ ਅੰਦਰ ਚੱਲ ਪਈ ਤੇ ਕੈਸੀ ਅਵਸਥਾ ਬਣ ਗਈ? ਲੋਭ ਲਹਿਰ ਸੁੱਧ ਮੱਤ ਗਈ, ਸੱਚ ਨਾ ਧਰੇ ਪਿਆਰ। ਜਿਹੜੀ ਪਰਮਾਤਮਾ ਨੇ ਮੱਤ ਦੇ ਕੇ, ਅਕਲ ਦੇ ਕੇ ਭੇਜਿਆ ਸੀ, ਉਹਨੂੰ ਚੇਤਾ ਭੁੱਲ ਗਿਆ। ਲੋਭ ਦੀ ਲਹਿਰ ਆ ਗਈ। ਤੇ ਲੋਭ ਦੀ ਲਹਿਰ ਜਿਹਦੇ ਮਨ ਵਿੱਚ ਆ ਜਾਏ, ਉਹ ਫਿਰ ਧਾਤ ਦੇ ਰਸਤੇ ਚੱਲ ਪੈਂਦਾ ਹੈ। ਉਹ ਤਮੋ ਗੁਣ ਤੇ ਚੱਲ ਪਿਆ ਤੇ ਧਾਤ ਦੇ ਰਸਤੇ ਤੇ ਚੱਲਦਾ ਚੱਲਦਾ ਇੰਨੀ ਦੂਰ ਚਲਾ ਗਿਆ, ਜਿਸ ਤਰ੍ਹਾਂ ਇੱਕ ਕੁੱਕਰ ਹੁੰਦਾ ਹੈ, ਕੁੱਤਾ, ਤੇ ਕੁੱਤੇ ਦੇ ਅੰਦਰ ਇੱਕ ਲਹਿਰ ਪੈਦਾ ਹੋ ਜਾਏ, ਉਹਨੂੰ ਹਲਕਾ ਹੋ ਜਾਂਦਾ ਹੈ। ਤੇ ਜਿਹਨੂੰ ਹਲਕਾ ਹੋ ਗਿਆ, ਉਹ ਭੱਜਾ ਫਿਰਦਾ ਹੈ, ਜਿਹੜਾ ਵੀ ਉਹਦੇ ਅੱਗੇ ਆ ਗਿਆ ਉਹਨੂੰ ਵੜਦਾ ਹੈ। ਹੁਣ ਐਸੀ ਅਵਸਥਾ ਵਿੱਚ ਮਹਾਰਾਜ ਕਹਿੰਦੇ ਨੇ, ਲੋਭ ਲਹਿਰ ਸੁਆਨ ਹਲਕ ਹੈ, ਹਲਕਿਓ ਸਭੇ ਬਗਾਰੇ। ਹੁਣ ਇੱਥੇ ਲੋਭ ਦੀ ਲਹਿਰ ਦੇ ਵਿੱਚ ਜਦੋਂ ਮਨ ਚਲਾ ਗਿਆ, ਉਹਨੂੰ ਚੇਤਾ ਭੁੱਲ ਗਿਆ ਵੀ ਮੈਂ ਵਾਪਸ ਘਰ ਵੀ ਜਾਣਾ ਹੈ। ਇੱਥੇ ਲੋਭ ਦੀ ਲਹਿਰ ਦੇ ਵਿੱਚ ਚੱਲਦਾ ਹੋਇਆ ਇਹ ਆਪਣੇ ਮਾਤਾ ਪਿਤਾ ਨੂੰ, ਆਪਣੇ ਘਰ ਨੂੰ, ਆਪਣੇ ਦੇਸ਼ ਨੂੰ ਭੁੱਲ ਜਾਂਦਾ ਹੈ। ਇਹ ਸਮਝਦਾ ਹੈ ਕਿ ਮੈਂ ਇੱਥੇ ਹੀ ਰਹਿਣਾ ਹੈ, ਤੇ ਦੂਸਰੇ ਦਾ ਹੱਕ ਮਾਰਨਾ ਸ਼ੁਰੂ ਕੀਤਾ। ਲੋਭ ਦੀ ਲਹਿਰ ਦੇ ਵਿੱਚ ਜਾ ਕੇ ਇਸ ਨੇ ਇਹ ਬਹੁਤ ਪਦਾਰਥ ਜਿਹੜੇ ਨੇ ਇਕੱਠੇ ਕਰ ਲੈਂਦਾ ਹੈ। ਇਹ ਮਟੀਰੀਅਲਿਸਟਿਕ ਹੋ ਜਾਂਦਾ ਹੈ। ਇਹ ਚਾਹੇ ਔਰਤ ਦੇ ਰੂਪ ਦੇ ਵਿੱਚ ਹੈ, ਚਾਹੇ ਮਰਦ ਦੇ ਰੂਪ ਵਿੱਚ ਹੈ, ਚਾਹੇ ਬੱਚਿਆਂ ਦੇ ਰੂਪ ਦੇ ਵਿੱਚ ਹੈ, ਚਾਹੇ ਤੁਹਾਡੇ ਸੰਗੀਆਂ ਸਾਥੀਆਂ ਦੇ ਰੂਪ ਦੇ ਵਿੱਚ ਹੈ। ਇਹ ਹੁਣ ਤੁਸੀਂ ਦੇਖਣਾ ਹੈ। ਲੋਭ ਦੀ ਲਹਿਰ ਜਿਹਦੇ ਅੰਦਰ ਪ੍ਰਬਲ ਹੈ, ਉਹਦਾ ਇੱਕ ਦੂਸਰੇ ਦੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਉਹਦਾ ਰਿਸ਼ਤਾ ਹੁੰਦਾ ਹੈ ਸਿਰਫ ਪਦਾਰਥਾਂ ਦਾ, ਸਿਰਫ ਲੈਣ ਦੇਣ ਦਾ, ਮਾਇਆ ਤੱਕ ਸੀਮਿਤ ਹੁੰਦਾ ਹੈ। ਤੇ ਐਸੀ ਅਵਸਥਾ ਵਿੱਚ ਮਾਰੇ ਗੁਰਬਾਣੀ ਵਿੱਚ ਸਮਝਾਉਂਦੇ ਨੇ ਵੀ ਐਸੇ ਲੋਭ ਦੀ ਲਹਿਰ ਵਿੱਚ ਜਿਹੜੇ ਮਨਮੁਖ ਨੇ, ਉਹਨਾਂ ਦੀ ਦੋਸਤੀ ਕਿੱਥੋਂ ਤੱਕ ਹੈ? ਸਿਰਫ ਮਾਇਆ ਤੱਕ। ਜਿੱਦਣ ਉਹਨਾਂ ਦੇ ਨਾਲ ਤੁਸੀਂ ਕੋਈ ਲੈਣ ਦੇਣ ਕਰੋਗੇ, ਤੇ ਜਿਸ ਦਿਨ ਹੀ ਤੁਸੀਂ ਕਿਸੇ ਚੀਜ਼ ਨੂੰ ਦੇਣ ਤੋਂ ਨਾ ਕਰ ਦਿੱਤੀ, ਤੇ ਤੁਹਾਡੇ ਖਿਲਾਫ ਬੋਲਣਾ ਸ਼ੁਰੂ ਕਰ ਦੇਣਗੇ। ਹੁਣ ਐਸੀ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਨੇ ਗੁਰਬਾਣੀ ਵਿੱਚ, ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਹੁਣ ਕਾਲ ਨੇ ਇਹਨਾਂ ਨੂੰ ਮਟੀਰੀਅਲਿਸਟਿਕ ਬਣਾ ਦਿੱਤਾ, ਇੱਕ ਦੂਸਰੇ ਦੇ ਨਾਲ ਵਿਚਾਰਾਂ ਦਾ ਟਕਰਾਅ ਕਰਾਉਂਦਾ ਹੈ, ਕਿਉਂਕਿ ਮਨਮੁਖ ਦੀ ਬਿਰਤੀ ਐਸੀ ਬਣ ਗਈ। ਉਹਨੂੰ ਨਹੀਂ ਪਤਾ ਵੀ ਅਸੀਂ ਸਾਰੇ ਇੱਕ ਹੀ ਘਰ ਦੇ ਵਿੱਚੋਂ ਆਏ ਹਾਂ, ਇੱਕ ਹੀ ਸਾਡਾ ਮਾਤਾ ਪਿਤਾ ਹੈ, ਇੱਕ ਥਾਂ ਤੋਂ ਹੀ ਸਾਨੂੰ ਸਵਾਸ ਆ ਰਿਹਾ ਹੈ, ਤੇ ਇੱਕ ਘਰ ਦੇ ਵਿੱਚ ਅਸੀਂ ਜਾਣਾ ਹੈ। ਉਹ ਇੱਥੇ ਲੋਭ ਦੀ ਲਹਿਰ ਦੇ ਵਿੱਚ ਚੱਲਦਾ ਹੈ। ਹੌਲੀ ਹੌਲੀ ਇਸ ਨੇ ਬਹੁਤ ਪਦਾਰਥ ਇਕੱਠੇ ਕਰ ਲਏ। ਕਾਲ ਨੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਹੋ ਜਿਹੇ ਬਹੁਤ ਸਾਰੇ ਜੀਵ ਨੇ। ਕਾਲ ਨੇ ਹੌਲੀ ਹੌਲੀ ਸਾਰੇ ਜਿਹੜੇ ਮਨ ਆਏ ਨੇ ਉਹਨਾਂ ਨੂੰ ਪਕੜ ਲਿਆ, ਲੋਭ ਦੀ ਲਹਿਰ ਵਿੱਚ ਪਾ ਦਿੱਤਾ। ਤੇ ਜਦੋਂ ਲੋਭ ਦੀ ਲਹਿਰ ਵਿੱਚ ਪਾ ਲਿਆ, ਕਾਲ ਨੇ ਦੇਖਿਆ ਵੀ ਇਹ ਹੁਣ ਇਸ ਦੇਸ਼ ਵਿੱਚੋਂ ਨਿਕਲ ਨਾ ਜਾਣ, ਇਹਨਾਂ ਨੂੰ ਕੋਈ ਸਹੀ ਰਸਤਾ ਨਾ ਦੱਸ ਦੇ। ਤੇ ਕਾਲ ਨੇ ਹੌਲੀ ਹੌਲੀ ਇਹਨਾਂ ਨੇ ਜਿੱਥੇ ਜਾਣਾ ਸੀ, ਜਿੱਥੋਂ ਇਹਨਾਂ ਨੂੰ ਸੇਧ ਮਿਲਣੀ ਸੀ, ਉਹ ਜਿਹੜੇ ਅਸਥਾਨ ਸੀ, ਧਾਰਮਿਕ ਅਸਥਾਨ, ਉਹਨਾਂ ਦੇ ਉੱਪਰ ਵੀ ਕਾਲ ਨੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
ਵੀ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੀ ਨਾ ਰਵੇ। ਤੇ ਹੌਲੀ ਹੌਲੀ ਐਸੀ ਅਵਸਥਾ ਬਣ ਗਈ, ਮਾਰੇ ਗੁਰਬਾਣੀ ਵਿੱਚ ਦੱਸਦੇ ਨੇ ਐਸ ਕਾਲ ਦੇ ਦਾਇਰੇ ਵਿੱਚ ਕਿਹੋ ਜਿਹੇ ਹਾਲਾਤ ਹੋ ਗਏ। ਪਰਿਓ ਕਾਲ ਸਭੇ ਜਗ ਉੱਪਰ, ਕਾਲ ਨੇ ਸਾਰੇ ਮਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਸ਼ੁਰੂ ਕਰ ਲਿਆ। ਮਾਹੇ ਲਿਖੇ ਭਰਮ ਗਿਆਨੀ, ਤੇ ਸਾਰਿਆਂ ਨੂੰ ਭਰਮ ਦੇ ਵਿੱਚ ਪਾ ਦਿੱਤਾ। ਹੌਲੀ ਹੌਲੀ ਜਿਹੜੇ ਧਾਰਮਿਕ ਅਸਥਾਨ ਸੀ, ਜਿੱਥੋਂ ਲੋਕਾਂ ਨੂੰ ਸੇਧ ਮਿਲਣੀ ਸੀ, ਉੱਥੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਵੀ ਇਹਨਾਂ ਨੂੰ ਕੋਈ ਦੱਸਣ ਵਾਲਾ ਨਾ ਰਹੇ। ਤੇ ਕੀ ਮਾਰੇ ਗੁਰਬਾਣੀ ਦੱਸਦੇ, ਆਂਦੇ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ। ਪਹਿਲਾਂ ਕਾਲ ਨੇ ਇਹ ਤਿੰਨਾਂ ਗੁਣਾਂ ਦਾ ਖੇਲ ਸ਼ੁਰੂ ਕਰ ਦਿੱਤਾ, ਸਾਰੇ ਮਨਾਂ ਨੂੰ ਤਿੰਨਾਂ ਗੁਣਾਂ ਦੇ ਵਿੱਚ ਘੇਰ ਲਿਆ। ਅੱਜ ਤਿੰਨਾਂ ਗੁਣਾਂ ਤੋਂ ਉੱਪਰ ਕੋਈ ਸੋਚਦਾ ਹੀ ਨਹੀਂ ਹੈ। ਹੁਣ ਇੱਥੋਂ ਦੀਆਂ ਗੱਲਾਂ ਭਾਵੇਂ ਸਾਰਾ ਦਿਨ ਕਰੀ ਜਾਓ, ਜੇ ਕਿਸੇ ਨੂੰ ਆਪਣੇ ਘਰ ਦੀ ਗੱਲ ਪੁੱਛ ਲਓ ਕਿ ਨਿੱਜ ਘਰ ਦੀ ਕੋਈ ਗੱਲ ਸੁਣਾਓ, ਫਿਰ ਘਰ ਦੀ ਗੱਲ ਸੁਣਾਓ, ਪਤਾ ਨਹੀਂ ਹੈ ਕਿਸੇ ਨੂੰ। ਇਹ ਤਿੰਨਾਂ ਗੁਣਾਂ ਦੀਆਂ ਗੱਲਾਂ ਨੂੰ ਹੀ ਸਿਆਣਪ ਦੀਆਂ ਗੱਲਾਂ ਸਮਝੀ ਜਾਂਦੇ ਨੇ। ਇਸੇ ਨੂੰ ਕਹੀ ਜਾਂਦੇ ਨੇ ਸਾਨੂੰ ਬੜਾ ਗਿਆਨ ਹੈ, ਸਾਨੂੰ ਬੜੀ ਮੱਤ ਹੈ, ਅਸੀਂ ਤਾਂ ਬੜੇ ਸਿਆਣੇ ਹਾਂ, ਪੜ੍ਹੇ ਲਿਖੇ ਹਾਂ। ਮਰ ਕਹਿੰਦੇ ਇਸ ਨੂੰ ਪੜ੍ਹਿਆ ਨਹੀਂ ਕਹਿੰਦੇ। ਪੜ੍ਹਿਆ ਉਹ ਹੈ, ਮਰ ਕਹਿੰਦੇ ਨੇ ਪਾਧਾ ਪੜ੍ਹਿਆ ਆਖੀਏ, ਜੋ ਵਿਦਿਆ ਵਿਚਰੇ ਸਹਿਜ ਸੁਭਾਏ। ਪਾਧਾ ਉਹ ਹੈ, ਪੜ੍ਹਿਆ ਉਹ ਹੈ ਜਿਹੜਾ ਸਹਿਜ ਘਰ ਦੇ ਵਿੱਚ ਆਉਣ ਜਾਣ ਦਾ ਰਸਤਾ ਲੱਭ ਦਿੰਦਾ ਹੈ। ਹੁਣ ਤ੍ਰੈ ਗੁਣਾਂ ਦੇ ਵਿੱਚ ਸਾਰੇ ਹੀ ਭਰਮ ਦੇ ਵਿੱਚ ਨੇ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਚਤਰ ਭਵਨ ਸੰਸਾਰਾ, ਜਗ ਇਸ਼ਨਾਨ ਤਾਪ ਖੰਡੇ, ਕਿਆ ਇਹ ਜੰਤ ਵਿਚਾਰਾ। ਕਾਲ ਨੇ ਹੌਲੀ ਹੌਲੀ ਇੱਥੇ ਕੰਟਰੋਲ ਕਰਨਾ ਸ਼ੁਰੂ ਕਰ ਲਿਆ। ਇੱਧਰੋਂ ਇਹਨੇ ਲੋਭ ਦੀ ਲਹਿਰ ਵਿੱਚ ਬੜਾ ਕੁਝ ਪਦਾਰਥ ਇਕੱਠੇ ਕੀਤੇ, ਇੱਧਰੋਂ ਕਾਲ ਨੇ ਇਹਨੂੰ ਫੁਰਨਾ ਦੇ ਦਿੱਤਾ, ਇਹਨੂੰ ਭਰਮ ਦੇ ਵਿੱਚ ਪਾਇਆ ਜਾਵੇ ਵੀ ਆਪਣੇ ਆਪ ਨੂੰ ਗਲਤ ਨਾ ਸਮਝੇ। ਇਹ ਐਸੀ ਅਵਸਥਾ ਵਿੱਚ ਲੋਭ ਦੀ ਲਹਿਰ ਵਿੱਚ ਕੰਮ ਤਾਂ ਕਰਦਾ ਰਹੇ, ਤੇ ਪਰ ਇਹ ਆਪਣੇ ਆਪ ਨੂੰ ਇਹ ਦਾਨੀ ਵੀ ਸਮਝੇ। ਹੁਣ ਜਿੱਥੇ ਕਾਲ ਨੇ ਕਬਜ਼ਾ ਕੀਤਾ, ਇਹਨੇ ਜਾਣਾ ਸ਼ੁਰੂ ਕਰ ਦਿੱਤਾ। ਇਹ ਹੁਣ ਜਾਂਦਾ ਹੈ ਤੀਰਥਾਂ ਦੇ ਉੱਪਰ, ਤੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ। ਇਸ਼ਨਾਨ ਕਰਨ ਤੋਂ ਬਾਅਦ ਆਪਣੇ ਜੋ ਕਮਾਈ ਕੀਤੀ ਹੈ ਉਹਦੇ ਵਿੱਚੋਂ ਕੋਈ ਦਾਨ ਕਰਦਾ ਹੈ। ਤੇ ਜਦੋਂ ਦਾਨ ਕਰਦਾ ਹੈ, ਕਿਸੇ ਨੂੰ ਕੰਬਲ ਦਿੰਦਾ ਹੈ, ਰੋਟੀ ਖਵਾਉਂਦਾ ਹੈ, ਕੱਪੜਾ ਦਿੰਦਾ ਹੈ, ਤੇ ਲੋਕ ਇਹਦਾ ਬੜਾ ਜਸ ਕਰਦੇ ਨੇ ਵੀ ਇਹ ਬੜਾ ਵਧੀਆ ਹੈ, ਬੜਾ ਚੰਗਾ ਪੁਰਸ਼ ਹੈ, ਇਹਨੂੰ ਸਾਰੇ ਸਤਿਕਾਰ ਦਿੰਦੇ ਨੇ। ਪਰ ਅੰਦਰੋਂ ਇਹ ਝੂਠਾ ਹੈ। ਹੌਲੀ ਹੌਲੀ ਇਹ ਰੋਜ਼ ਜਾਣਾ ਸ਼ੁਰੂ ਕਰ ਦਿੱਤਾ ਇਸਨੇ। ਇਹ ਬੜਾ ਕੁਝ ਦਾਨ ਕਰਦਾ ਹੈ, ਇਹਦਾ ਨਾਮ ਹੀ ਬੋਲਦੇ ਨੇ, ਇਹਨੇ ਇੰਨਾ ਦਾਨ ਕੀਤਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਉਹ ਸਰਟੀਫਿਕੇਟ ਦੇ ਦਿੰਦੇ ਨੇ ਜਿਹੜੇ ਉੱਥੇ ਵਸਣ ਵਾਲੇ ਨੇ। ਆਉਂਦੇ ਨੇ ਬੜਾ ਧਰਮੀ ਪੁਰਸ਼ ਹੈ। ਇਹ ਫਿਰ ਆਉਂਦਾ ਹੈ ਪੰਜਾਂ ਦੇ ਨਾਲ ਰਲ ਕੇ, ਫਿਰ ਪਾਪ ਦੀ ਕਮਾਈ ਕਰਦਾ ਹੈ। ਤੇ ਮਾਰੇ ਗੁਰਬਾਣੀ ਵਿੱਚ ਸਮਝਾਉਂਦੇ ਆਉਂਦੇ ਨੇ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਧੇ ਖਰੇ ਕਲੰਕ। ਇਹ ਪਾਪ ਕਰਦਾ ਹੈ। ਪਾਪ ਕੀ ਹੁੰਦਾ ਹੈ? ਜਿਸ ਤਰ੍ਹਾਂ ਇੱਥੋਂ ਦਾ ਤੁਹਾਡਾ ਆਦੇਸ਼ ਹੈ, ਇਹਦਾ ਕੌਨਸਟੀਟਿਊਸ਼ਨ ਲਾ ਹੁੰਦਾ ਹੈ, ਸੰਵਿਧਾਨ ਹੈ, ਤੇ ਜਿਹੜਾ ਸੰਵਿਧਾਨ ਦੇ ਦਾਇਰੇ 'ਚ ਆ ਕੇ ਕੰਮ ਕਰਦਾ ਉਹਨੂੰ ਲੀਗਲ ਗਿਣਿਆ ਜਾਂਦਾ ਹੈ। ਜਿਹੜਾ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਆ ਕੇ ਕੰਮ ਕਰਦਾ ਹੈ, ਇਲੀਗਲ ਹੈ, ਉਹ ਕਿਸੇ ਵੇਲੇ ਵੀ ਫੜਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਪਰਮਾਤਮਾ ਦੇ ਜਿਹੜੇ ਆਦੇਸ਼ ਨੇ, ਇੱਕ ਲੋਕ ਹੈ ਤੇ ਪਰਲੋਕ ਹੈ, ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਪਰਮਾਤਮਾ ਦਾ ਹੁਕਮ ਚੱਲਦਾ ਹੈ ਤੇ ਹੁਕਮ ਹੈ ਅਸ਼ਬਦ, ਨਾਮ ਇਸ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਦਿਓ। ਤੇ ਜਿਹੜਾ ਤਾਂ ਮਨ ਇੱਥੇ ਰਜੋਗੁਣ ਤੇ ਆਉਂਦਾ ਤੇ ਉਹਦੀ ਲਿਵ ਨਾਮ ਦੇ ਨਾਲ ਜੁੜੀ ਹੋਈ ਹੈ, ਉਹ ਜੋ ਕਰ ਰਿਹਾ ਹੈ ਹੁਕਮ ਦੇ ਵਿੱਚ ਕਰ ਰਿਹਾ ਹੈ। ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ ਨਾਨਕ ਤਿਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਗੁਰਮੁਖ ਹਰ ਨਾਮ ਹਰ ਰਾਤੇ। ਉਹਨਾਂ ਦਾ ਖਾਣਾ ਪੀਣਾ ਪਹਿਨਣਾ ਸਭ ਪਵਿੱਤਰ ਹੈ, ਜਿਹੜੇ ਇਸ ਨਾਮ ਦੇ ਵਿੱਚ ਸਮਾਏ ਹੋਏ ਨੇ। ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨ ਮੈਂ ਗੁਰਮੁਖ ਸੇਵਕ ਅਭਿਆਗਤ ਜਾਏ ਬਰਸਾਤੇ। ਜਿੱਥੇ ਬੈਠ ਕੇ ਪਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ, ਉਹ ਘਰ ਵੀ ਸਾਰੇ ਪਵਿੱਤਰ ਨੇ। ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨ ਗੁਰਸਿੱਖ ਸੰਤ ਸੇਵਕ ਚੜ੍ਹ ਪੈ ਜਾਤੇ। ਉਹਨਾਂ ਦੀਆਂ ਗੱਡੀਆਂ, ਉਹਨਾਂ ਦੇ ਘੋੜੇ, ਸਾਰਾ ਕੁਝ ਪਵਿੱਤਰ ਹੈ ਉਹਨਾਂ ਦਾ, ਜਿਹੜੇ ਇਹ ਨਾਮ ਦੇ ਨਾਲ ਜੁੜੇ ਹੋਏ ਨੇ। ਤੇ ਜਿਨ੍ਹਾਂ ਨੇ ਨਾਮ ਨੂੰ ਛੱਡ ਦਿੱਤਾ ਹੈ ਤੇ ਕਰਮ ਕਰਦੇ ਪਏ ਨੇ, ਆਪਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਬਚਾਅ ਪੱਖ ਵਿੱਚ ਲਿਆਈਏ, ਮਹਾਰਾਜ ਦਾ ਹੁਕਮ ਹੈ ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ। ਜੇ ਨਾਮ ਨੂੰ ਛੱਡ ਦਿੱਤਾ ਹੈ ਤੇ ਇਕੱਲਾ ਕਰਮ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ, ਨਾਨਕ ਜੰਪੁਰ ਬੱਧੇ ਮਾਰੀਏ ਜੋ ਸੰਨੀ ਉੱਪਰ ਚੋਰ। ਇਹ ਹੁਣ ਨਾਮ ਕੋਲ ਨਹੀਂ ਹੈ, ਨਾਮ ਨਾਲ ਲਿਵ ਨਹੀਂ ਜੁੜੀ, ਇਹਨੇ ਭੱਜ ਨੱਸ ਕਰਕੇ ਇੱਥੇ ਜੋ ਕੁਝ ਇਕੱਠਾ ਕੀਤਾ ਹੈ ਇਹ ਸਭ ਚੋਰੀ ਕੀਤੀ ਹੈ। ਪਰਮਾਤਮਾ ਦੀ ਨਜ਼ਰ ਦੇ ਵਿੱਚ ਇਹ ਚੋਰ ਹੈ, ਇਲੀਗਲ ਹੈ। ਕਹਿੰਦੇ ਚੋਰੀ ਕਰ ਮੈਂ ਜਾਂ ਕਿਛ ਲਿਆ, ਤਾਂ ਮਨ ਭੱਲਾ ਪਾਇਆ। ਇਹ ਬੜਾ ਖੁਸ਼ ਹੁੰਦਾ ਹੈ, ਕਹਿੰਦਾ ਬੜੀ ਕਿਰਪਾ ਹੋ ਗਈ ਮੇਰੇ ਤੇ ਮਾਲਕ ਦੀ, ਮੇਰੀਆਂ ਤੇ 2 ਗੱਡੀਆਂ ਸੀ 4 ਗੱਡੀਆਂ ਬਣ ਗਈਆਂ। ਇਹ ਉਹਨੂੰ ਕਿਰਪਾ ਦੱਸੀ ਜਾਂਦਾ ਹੈ। ਤੇ ਅਸੀਂ ਵੀ ਬੱਚਿਆਂ ਨੂੰ ਕਈ ਦਫਾ ਉਦਾਹਰਨਾਂ ਦਿੰਦੇ ਹਾਂ ਵੀ ਵੇਖੋ ਉਹਦੇ 4 ਕਿੱਲੇ ਜ਼ਮੀਨ ਦੇ ਸੀ, ਉਹਨੇ 50 ਕਿੱਲੇ ਬਣਾ ਲਏ। ਕੀ ਕੀਤਾ ਉਹਨੇ? ਚੋਰੀ ਕੀਤੀ, ਨਾਮ ਨੂੰ ਛੱਡ ਦਿੱਤਾ। ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਚੋਰ ਹੈ। ਉਹਦੇ ਚੋਰੀ ਕਰ ਮੈਂ ਜਾਂ ਕਿਛ ਲਿਆ, ਤਾਂ ਮਨ ਭੱਲਾ ਪਾਇਆ, ਹਲਤ ਨ ਸੋਭਾ ਪਲਤ ਨ ਢੋਈ, ਐਹਲਾ ਜਨਮ ਗਵਾਇਆ। ਉਹਦੇ ਇੱਕ ਚੋਰ ਦੀ ਤੁਸੀਂ ਸਿਫਤ ਕਰੀ ਜਾਂਦੇ ਹੋ, ਤੇ ਤੁਸੀਂ ਕਦੀ ਇਹ ਉਦਾਹਰਨ ਤਾਂ ਨਹੀਂ ਦਿੱਤੀ ਵੀ ਭਗਤ ਕਬੀਰ ਸੀ ਤੇ ਉਹ ਨਾਮ ਜਪਦਾ ਸੀ, ਤੇ ਨਾਮ ਦੇ ਵਿੱਚ ਜਦੋਂ ਉਹ ਸਮਾਇਆ ਤੇ ਉਹ ਜਿੱਥੇ ਉਹ ਸੂਤ ਉਣਦਾ ਸੀ ਉਹ ਖਰਾਬ ਹੋ ਗਿਆ, ਤੇ ਉਹਦੀ ਮਾਤਾ ਨੇ ਹੀ ਵੇਖੋ ਉਹਨੂੰ ਮਾੜਾ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਮਾਤਾ ਜਿਹੜੀ ਹੈ ਉਹਦਾ ਮਨ ਇਸ ਅਵਸਥਾ ਵਿੱਚ ਚਲਾ ਗਿਆ। ਤੇ ਭਗਤ ਕਬੀਰ ਸੀ ਨੇ ਆਪਣੀ ਮਾਂ ਦੀ ਵੀ ਗੱਲ ਜਿਹੜੀ ਸੀ ਸਾਹਮਣੇ ਪ੍ਰਗਟ ਕਰ ਦਿੱਤੀ। ਤੇ ਮਾਂ ਕੀ ਕਹਿੰਦੀ ਹੈ? ਆਂਦੀ ਸੁਣੋ ਦਰਾਣੀ ਸੁਣੋ ਜਠਾਣੀ, ਕਾਜ ਏਕ ਨਾ ਭਇਓ, ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ। ਆਂਦੇ ਮੇਰਾ ਕਿੰਨਾ ਸੂਤ ਇਹਨੇ ਖਰਾਬ ਕਰ ਦਿੱਤਾ ਹੈ, ਉਹਦੇ ਨਾਲ ਤਾਂ ਇਹ ਹੀ ਮਰ ਜਾਂਦਾ ਚੰਗਾ ਸੀ। ਕਈ ਦਫਾ ਤੁਸੀਂ ਵੀ ਐਸਾ ਆਪਾਂ ਬਚਨ ਕਰਦੇ ਹਾਂ, ਇਹਨੇ ਨੁਕਸਾਨ ਕਰ ਦਿੱਤਾ, ਇਹ ਹੀ ਮਰ ਜਾਂਦਾ, ਕਿਉਂਕਿ ਉਹ ਮਾਇਆ ਨਾਲ ਪਿਆਰ ਹੈ। ਤੇ ਪਾਤਸ਼ਾਹ ਕਹਿੰਦੇ ਇਹਨੇ ਚੋਰੀ ਕੀਤੀ, ਬੜਾ ਕੁਝ ਚੋਰੀ ਕੀਤਾ,
ਇਹਨੇ ਹੁਣ ਉਹਨਾਂ ਤੀਰਥਾਂ ਤੇ ਜਾ ਕੇ ਉਹ ਦਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਲਕ ਦਾ ਦੇਖਦਾ ਹੈ। ਆਂਦੇ ਚੋਰ ਸਲਾਹੇ ਚੀਤ ਨਾ ਭੀਜੇ, ਬਦੀ ਕਰੇ ਤਸੂ ਨਾ ਸੀਜੇ। ਚੋਰ ਸਵਾਲਿਓ ਚੋਰ ਇਆਣਾ, ਖੋਟੇ ਕਾ ਮੁੱਲ ਇੱਕ ਦੁਗਾਣਾ। ਆਂਦੇ ਇਹ ਜਿਹੜਾ ਚੋਰੀ ਹੈ, ਚੋਰ ਕਰਦਾ ਹੈ, ਚੋਰ ਹੈ, ਇਹ ਜਿੰਨਾ ਮਰਜ਼ੀ ਭੱਜਾ ਫਿਰੇ, ਪਰਮਾਤਮਾ ਇਹਦੇ ਤੇ ਖੁਸ਼ ਨਹੀਂ ਹੁੰਦਾ ਜਿੰਨੀ ਚਿਰ ਤੱਕ ਇਹਦੀ ਨਾਮ ਦੇ ਨਾਲ ਲਿਵ ਨਹੀਂ ਜੁੜਦੀ। ਇਸ ਕਰਕੇ ਪਾਤਸ਼ਾਹ ਨੇ ਇਹਨੂੰ ਚੋਰ ਦਾ ਨਾਮ ਦਿੱਤਾ ਹੈ। ਕਹਿੰਦੇ ਨੇ ਚੋਰ ਭੱਜਾ ਫਿਰਦਾ ਹੈ ਤੇ ਲੋਕ ਇਹਦੀ ਸਿਫਤ ਕਰਦੇ ਨੇ, ਇਹ ਬੜਾ ਸਿਆਣਾ ਹੈ, ਇਹਦੀ ਮਨਮੁਖ ਦੀ, ਇਹ ਬੜਾ ਕੰਮ ਕਰਦਾ ਹੈ। ਤੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਇਹ ਝੂਠਾ ਹੈ। ਮਰ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵੇ, ਉਤਰਸ ਨਾਹੀ ਮੈਲ। ਉਹ ਆਂਦੇ ਨੇ ਅੱਜ ਤਾਂ ਲੋਕ ਤੈਨੂੰ ਕਹਿ ਰਹੇ ਨੇ ਵੀ ਬੜਾ ਵਧੀਆ, ਬੜਾ ਕਾਰੋਬਾਰੀ ਹੈ, ਦੁਨੀਆਦਾਰ ਹੈ। ਉਹ ਆਂਦੇ ਨੇ ਜਿੱਦਣ ਤੇਰੇ ਸਵਾਸ ਖਤਮ ਹੋ ਗਏ, ਪਰਮਾਤਮਾ ਦੀ ਕਲਮ ਚੱਲੇਗੀ, ਉਹ ਦਿਨ ਕੈਸੀ ਅਵਸਥਾ ਬਣੇਗੀ। ਕਲਮ ਏਕਾ ਦੀਵਾਨ ਏਕਾ, ਹਮਾ ਤੁਮਾ ਮੇਲ, ਦਰਲੇ ਲੇਖਾ ਪੀਰ ਛੁੱਟੇ, ਨਾਨਕਾ ਜਿਉ ਤੇਲ। ਹੁਣ ਇਹ ਮਨਮੁਖ ਬਾਹਰ ਮੁਖੀ ਹੋ ਕੇ ਚੱਲ ਰਿਹਾ ਹੈ, ਇਹਦਾ ਬੜਾ ਨਾਂ ਹੈ। ਇਹਦੇ ਤੋਂ ਕਈ ਲੋਕ ਡਰਦੇ ਵੀ ਨੇ, ਕਿਉਂਕਿ ਇਸ ਨੇ ਬਹੁਤ ਸਾਰਾ ਧਨ ਇੱਧਰ ਉੱਧਰ ਵੰਡਿਆ ਵੀ ਹੋਇਆ ਹੈ ਤੇ ਉਹਨੂੰ ਅਗਰਾਉਣ ਵਾਸਤੇ ਕੋਈ ਬੰਦੇ ਵੀ ਰੱਖੇ ਨੇ ਇਸ ਨੇ। ਕਈ ਡਰਦੇ ਸਤਿਕਾਰ ਕਰੀ ਜਾਂਦੇ ਨੇ ਇਹਦਾ, ਕਈਆਂ ਨੇ ਇਹਦੇ ਨਾਲ ਲੈਣ ਦੇਣ ਹੈ ਤਾਂ ਸਤਿਕਾਰ ਕਰਦੇ ਨੇ, ਪਰ ਅੰਦਰੋਂ ਝੂਠਾ ਹੈ। ਹੌਲੀ ਹੌਲੀ ਕੀ ਹੋਇਆ, ਇਹਦੇ ਜਿਹੜੇ ਸਵਾਸ ਸੀ ਇਹ ਹੌਲੀ ਹੌਲੀ ਖਤਮ ਹੁੰਦੇ ਨੇ, ਆਪਣੇ ਵੀ ਹੋ ਰਹੇ ਨੇ ਸਾਰਿਆਂ ਦੇ। ਪਰ ਇਸੇ ਲਹਿਰ ਦੇ ਵਿੱਚ ਰਿਹਾ, ਇਹ ਸਾਰੀ ਉਮਰ ਦੂਸਰੇ ਦਾ ਹੱਕ ਮਾਰਦਾ ਰਿਹਾ, ਕਰਮ ਦੇ ਨਾਲ ਬੱਝਾ ਰਿਹਾ। ਅੱਜ ਵੀ ਤੁਸੀਂ ਦੇਖੋ ਕਿਸੇ ਨੂੰ ਇਹਨੂੰ ਕੋਈ ਆਵਾਜ਼ ਮਾਰੇ, ਇਹਦੀ ਆਪਾਂ ਗੱਲ ਕਰਦੇ ਹਾਂ ਮਨਮੁਖ ਦੀ। ਜੇ ਇਹਨੂੰ ਕੋਈ ਮਿਲਦਾ ਹੈ, ਆਂਦਾ ਪਿਆਓ 10 ਮਿੰਟ ਘੜੀ ਆਪਾਂ ਨਾਮ ਜਪੀਏ, ਤੇ ਕਹੇਗਾ ਮੇਰੇ ਕੋਲ ਟਾਈਮ ਨਹੀਂ ਹੈਗਾ, ਕੰਮ ਬੜਾ ਹੈ। ਇਹ ਇੰਨਾ ਕਰਮ ਦੇ ਨਾਲ ਬੱਝ ਚੁੱਕਾ ਹੈ, ਇਹ ਸਮਾਂ ਨਹੀਂ ਕੱਢਦਾ ਸੰਗਤ ਵਿੱਚ ਆਉਣ ਦਾ, ਸਿਮਰਨ ਕਰਨ ਦਾ। ਇਹ ਕਰਮ ਦੇ ਨਾਲ ਇੰਨਾ ਵੱਜ ਗਿਆ, ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਕਰਮ ਦੇ ਨਾਲ ਵੱਜਾ ਹਾਂ, ਮੈਂ ਆਹ ਕੰਮ ਕਰਨਾ ਹੈ। ਇਹ ਕਿੰਨੇ ਕੰਮ ਗਿਣਾ ਦਿੰਦਾ ਹੈ। ਤੇ ਇਹਨੂੰ ਮਹਾਰਾਜ ਸਵਾਲ ਕਰਦੇ ਨੇ, ਆਂਦੇ ਤੇਰਾ ਜੀਵਨ ਤਾਂ ਕਰਮ ਦੇ ਨਾਲ ਵੱਜਾ ਹੋਇਆ ਹੈ, ਪਰ ਤੂੰ ਕਦੀ ਸੋਚਿਆ ਤੇਰਾ ਜਿਹੜਾ ਕਰਮ ਹੈ ਉਹ ਕਿਹਦਾ ਵੱਜਾ ਹੋਇਆ ਹੈ? ਤੇਰਾ ਕਰਮ ਕਿਹਦੇ ਨਾਲ ਵੱਜਾ ਹੈ? ਸਵਾਲ ਕਰਦੇ ਨੇ ਇਹਨੂੰ। ਆਂਦੇ ਕਰਮੇ ਬੱਧ ਤੁਮ ਜੀਓ ਕਹਿਤ ਹੋ, ਕਰਮੇ ਕੇ ਕਿਨ ਜੀਓ ਦੀਨ ਰੇ। ਆਂਦੇ ਕਰਮ ਦੇ ਨਾਲ ਤਾਂ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ, ਪਰ ਤੇਰਾ ਜਿਹੜਾ ਕਰਮ ਹੈ ਉਹ ਇੱਕ ਸਵਾਸ ਦੇ ਨਾਲ ਵੱਜਾ ਹੋਇਆ ਹੈ। ਜੇ ਸਵਾਸ ਆ ਰਿਹਾ ਹੈ ਤਾਂ ਹੀ ਤੇਰਾ ਕਰਮ ਹੈ, ਜੇ ਸਵਾਸ ਆ ਰਿਹਾ ਤੇ ਤਾਂ ਹੀ ਸਰੀਰ ਹੈ, ਜੇ ਸਵਾਸ ਆ ਰਿਹਾ ਤੇ ਤਾਂ ਹੀ ਇੱਥੇ ਖੇਲ ਹੈ। ਤੇ ਜਿਹੜਾ ਸਵਾਸ ਦੇ ਰਿਹਾ ਹੈ, ਉਹਦੇ ਮੂਰਖਾ ਪਹਿਲਾਂ ਉਹਨੂੰ ਮਿਲਣਾ ਸੀ, ਇਹ ਕਰਮ ਬਾਅਦ ਵਿੱਚ ਹੈ। ਇਹ ਕਰਮ ਤੈਨੂੰ ਕਿਹਨੇ ਦਿੱਤਾ ਹੈ? ਇਹ ਕਰਮ ਤੈਨੂੰ ਅਕਾਲ ਨੇ ਦਿੱਤਾ ਹੈ। ਇਹਨੇ ਤੇਰੀ ਐਕਸਪੈਕਟੇਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ, ਤੇਰੇ ਅੰਦਰ ਲੋਭ ਦੀ ਲਹਿਰ ਹੀ ਇੰਨੀ ਪ੍ਰਬਲ ਕਰ ਦਿੱਤੀ, ਤੈਨੂੰ ਸੁੱਧ ਬੁੱਧ ਨਹੀਂ ਰਹੀ, ਤੂੰ ਆਪਣਾ ਅਸਲੀ ਕੰਮ ਦਾ ਚੇਤਾ ਹੀ ਭੁਲਾ ਦਿੱਤਾ। ਜਿਹੜਾ ਤੇਰਾ ਅਸਲੀ ਕੰਮ ਸੀ ਉਹਦੇ ਵਾਸਤੇ ਜਦੋਂ ਤੂੰ ਟਾਈਮ ਕੱਢਦਾ ਹੈ ਤੇ ਬੜਾ ਅਹਿਸਾਨ ਕਰਦਾ ਹੈ। ਕਈ ਦਫਾ ਆਪਾਂ ਕਹਿੰਦੇ ਨਾ, ਜਦੋਂ ਸੰਗਤ ਵਿੱਚ ਆਈਏ, ਆਪਾਂ ਮੰਨ ਲਓ 1 ਘੰਟਾ ਬੈਠੇ ਤੇ ਆਪਾਂ ਕਹਿੰਦੇ ਹਾਂ ਤੁਸੀਂ ਆਪਣੇ ਬਹੁਤ ਹੀ ਰੁਝੇਵਿਆਂ ਦੇ ਵਿੱਚੋਂ ਆਪਣੇ ਕੰਮਾਂ ਨੂੰ ਸੰਕੋਚਦੇ ਹੋਏ ਇੱਥੇ ਪਹੁੰਚੇ ਹੋ। ਇਹ ਵੱਡੀ ਵਰਤੀ ਜਾਂਦੀ ਹੈ। ਅਸੀਂ ਇੱਕ ਸਹਾਨ ਕਰਦੇ ਹਾਂ
ਵੀ ਜੇ 24 ਘੰਟਿਆਂ ਦੇ ਵਿੱਚ ਅਸੀਂ ਆਪਣੇ ਕੰਮਾਂ ਨੂੰ ਰੋਕ ਕੇ 1 ਘੰਟਾ ਨਾਮ ਜਪ ਲਿਆ ਤੇ ਅਸੀਂ ਪਤਾ ਨਹੀਂ ਕਿੰਨਾ ਕੁ ਅਹਿਸਾਨ ਕਰ ਦਿੱਤਾ ਪਰਮਾਤਮਾ ਦੇ ਉੱਪਰ। ਜਦ ਕਿ ਇਹ 24 ਘੰਟੇ ਦੇ ਸਵਾਸ ਹੀ ਸਾਨੂੰ ਪਰਮਾਤਮਾ ਦੇ ਸਿਮਰਨ ਵਾਸਤੇ ਮਿਲੇ ਹੋਏ ਨੇ। ਉਹ ਆਂਦੇ ਨੇ ਇਹ ਕਰਮ ਜਿਹੜਾ ਸੀ ਤੈਨੂੰ ਤੇ ਦਿੱਤਾ ਹੀ ਨਹੀਂ ਸੀ ਮੈਂ ਤਾਂ ਤੈਨੂੰ ਬਿਨਾਂ ਕਰਮ ਤੋਂ ਹੀ ਤੇਰਾ ਰਿਜ਼ਕ ਦੇ ਰਿਹਾ ਸੀ। ਮਾਤਾ ਦੇ ਉਦਰ ਵਿੱਚ ਜਦੋਂ ਤੇਰੇ ਦੰਦ ਨਹੀਂ ਸੀ ਮੈਂ ਉਦੋਂ ਵੀ ਸਾਰਾ ਕੁਝ ਦਿੰਦਾ ਰਿਹਾ ਤੈਨੂੰ, ਪਰ ਤੈਨੂੰ ਭਰਮ ਪੈ ਗਿਆ ਹੈ ਤੇ ਐਸਾ ਭਰਮ ਪੈ ਗਿਆ ਤੈਨੂੰ ਚੇਤਾ ਭੁੱਲ ਗਿਆ, ਨਾਮ ਨੂੰ ਛੱਡ ਦਿੱਤਾ ਤੇ ਕਰਮ ਤੇ ਆ ਕੇ ਤੂੰ ਨਾਮ ਦੇ ਨਾਲ ਜੁੜਨਾ ਸੀ ਤੇ ਨਾਮ ਦੇ ਨਾਲ ਲਿਵ ਨਹੀਂ ਜੁੜੀ। ਉਹ ਫਿਰ ਇਹਨੂੰ ਸਵਾਲ ਕਰਦੇ ਨੇ, ਕਹਿੰਦੇ ਕਰਮੇ ਬੱਧ ਤੁਮ ਜੀਓ ਕਹਿਤ ਹੋ, ਕਰਮੇ ਕੇ ਕਿਨ ਜੀਉ ਦੀਨ ਰੇ। ਆਂਦੇ ਨੇ ਇਹ ਜਿਹੜਾ ਤੇਰਾ ਕਰਮ ਇੱਕ ਸਵਾਸ ਤੇ ਹੈ। ਆਂਦੇ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਅੰਧੇ, ਇਹਨੂੰ ਅੰਨਾ ਕਹਿੰਦੇ ਨੇ। ਆਂਦੇ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾਂ, ਕਿੰਨੇ ਕੁ ਦਿਨ ਹੈ ਤੇਰਾ ਜੀਵਨ। ਤੇ ਜਦੋਂ ਜੀਵਨ ਦੀ ਪੜਚੋਲ ਕਰਦੇ ਨੇ, ਹਮ ਆਦਮੀ ਹਾਂ ਏਕਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਇਹ ਜੀਵਨ ਇੱਕ ਸਵਾਸ ਤੇ ਹੈ, ਇਹ ਸਵਾਸ ਗਿਣਤੀ ਦਾ ਹੈ। ਇਹ ਗਿਣਤੀ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਹੁਣ ਇਹਨੂੰ ਪਤਾ ਨਹੀਂ ਵੀ ਮੇਰਾ ਅੰਤ ਸਮਾਂ ਆ ਗਿਆ। ਇਹ ਸਵਾਸ ਰੁਕ ਜਾਂਦੇ ਨੇ। ਜਦੋਂ ਅੰਤ ਆਉਂਦਾ ਹੈ ਕੋਈ ਨਾ ਕੋਈ ਕਾਰਨ ਬਣਦਾ ਹੈ। ਦੁਰਘਟਨਾ ਦਾ ਕਾਰਨ ਬਣਦੇ, ਬਿਮਾਰੀ ਦਾ ਕਾਰਨ ਬਣਦੇ, ਜਾਂ ਕੋਈ ਹੋਰ ਐਸਾ ਕਾਰਨ ਬਣਦੇ। ਇਹ ਮੌਕੇ ਤੇ ਹੀ ਪੈਦਾ ਕੀਤਾ ਜਾਂਦਾ ਹੈ ਕਾਰਨ, ਤੇ ਕਾਰਨ ਪੈਦਾ ਕਰਨ ਵਾਲਾ ਕਰਤਾ ਹੈ। ਉਹਨੇ ਕੋਈ ਵੀ ਕਾਰਨ ਪੈਦਾ ਕਰਨਾ ਹੁੰਦਾ ਹੈ। ਜਦੋਂ ਸਰੀਰ ਛਡਾਉਣਾ, ਇਧਰੋਂ ਸਵਾਸ ਰੋਕ ਲੈਂਦੇ ਨੇ ਤੇ ਇੱਥੋਂ ਇਹਦੀ ਚਿੱਠੀ ਪਾੜ ਦਿੰਦੇ ਨੇ। ਹੁਣ ਕਈ ਦਫਾ ਤੁਸੀਂ ਦੇਖੋ ਨਾ, ਕਈ ਜੀਵ ਕਹਿੰਦੇ ਨੇ ਇਹ ਅਣਿਆਈ ਮੌਤ ਤੇ ਮਰ ਗਿਆ, ਹਾਲੇ ਦਾ ਸਮਾਂ ਨਹੀਂ। ਐਸਾ ਨਹੀਂ ਹੈ। ਕੋਈ ਕਹਿਣਗੇ ਪਰਮਾਤਮਾ ਨੂੰ ਭੁਲੇਖਾ ਲੱਗ ਗਿਆ। ਕੋਈ ਐਸਾ ਦੀਆਂ ਵੀਡੀਓਜ਼ ਵੀ ਕਈ ਵੇਖਣ ਨੂੰ ਮਿਲਦੀਆਂ ਨੇ। ਐਸਾ ਨਹੀਂ ਹੁੰਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹ ਜਦੋਂ ਸਾਡਾ ਧਨ ਖਤਮ ਹੁੰਦਾ ਹੈ ਸਵਾਸਾਂ ਦਾ, ਤੇ ਉਸ ਵਕਤ ਸਾਡੀ ਚਿੱਠੀ ਪਾੜ ਦਿੱਤੀ ਜਾਂਦੀ ਹੈ। ਜਿਹਦੀ ਚਿੱਠੀ ਪਾੜ ਜਾਏ ਉਹਨੇ ਹੀ ਸਰੀਰ ਛੱਡਣਾ ਹੈ, ਉਹਨੇ ਹੀ ਮਰਨਾ ਹੈ, ਦੂਸਰਾ ਨਹੀਂ ਮਰਦਾ। ਇਸ ਕਰਕੇ ਮਾਰੇ ਗੁਰਬਾਣੀ ਦੱਸਣ, ਮੁਗਲ ਪਠਾਣਾ ਭਈ ਲੜਾਈ, ਰਣ ਮੇ ਤੇਗ ਵਗਾਈ। ਦੋ ਜਣੇ ਲੜਦੇ ਪਏ ਨੇ, ਜਿਨਕੀ ਚੀਰੀ ਦਰਗੇ ਪਾਟੀ, ਤਿੰਨਾ ਮਰਨਾ ਭਾਈ। ਹੁਣ ਜਿਹਦੀ ਚਿੱਠੀ ਪਾੜ ਜਾਏ ਉਹਨੇ ਮਰਨਾ ਹੈ, ਦੂਸਰਾ ਨਹੀਂ ਮਰੇਗਾ। ਹੁਣ ਇਹ ਮਨਮੁਖ ਦਾ ਸਮਾਂ, ਸਵਾਸ ਰੁਕ ਗਏ, ਇਹਦੀ ਚਿੱਠੀ ਪਾੜ ਦਿੱਤੀ ਗਈ। ਹੁਣ ਆਪਣੇ ਕੋਲ ਚਿੱਠੀ ਹੈ ਸਾਰਿਆਂ ਦੇ ਕੋਲ। ਇਹ ਤੁਸੀਂ ਹੁਣ ਚੈੱਕ ਕਰਿਆ ਕਰੋ ਆਪਣੀ। ਜਦੋਂ ਤੁਸੀਂ ਆਪਣੇ ਘਰ ਜਾਂਦੇ ਹੋ, ਘਰ ਮਤਲਬ ਇਹ ਨਿੱਜ ਘਰ ਵਿੱਚ, ਸੁਣਨ ਵਿੱਚ ਜਦੋਂ ਜਾਂਦੇ ਹੋ, ਉੱਥੇ ਤੁਸੀਂ ਬੈਠ ਕੇ ਦੇਖਿਆ ਕਰੋ ਕੋਈ ਤੁਹਾਡੇ ਕੋਲ ਚਿੱਠੀ ਹੈ, ਚੀਰੀ ਹੈ। ਜਿਸ ਤਰ੍ਹਾਂ ਤੁਸੀਂ ਇੱਥੇ ਚੈੱਕ ਕਰਦੇ ਰਹਿੰਦੇ ਹੋ ਵੀ ਸਾਡਾ ਵੀਜ਼ਾ ਹੈ ਤੇ ਕਿੰਨੇ ਕੁ ਦਿਨ ਦਾ ਵੀਜ਼ਾ ਰਹਿ ਗਿਆ ਹੈ। ਚੈੱਕ ਕਰਦੇ ਨਾ ਆਪਾਂ, ਕਿਤੇ ਇਹ ਨਾ ਹੋਵੇ ਵੀ ਵੀਜ਼ੇ ਦੀ ਸਟੈਂਪ ਵਧਾਈ ਨਾ ਜਾਵੇ, ਇਲੀਗਲ ਹੋ ਜਾਈਏ। ਇਸ ਕਰਕੇ ਧਿਆਨ ਰੱਖਦੇ ਹਾਂ ਆਪਾਂ। ਇਹ ਹੁਣ ਧਿਆਨ ਰੱਖਣਾ ਹੁੰਦਾ ਹੈ ਵੀ ਜੇ ਤਾਂ ਅਸੀਂ ਬਗੈਰ ਚਿੱਠੀ ਤੋਂ ਘੁੰਮਦੇ ਫਿਰਦੇ ਹਾਂ, ਫਿਰ ਤਾਂ ਇਹ ਕਾਲ ਫੜ ਲਏਗਾ ਸਾਨੂੰ ਇੱਕ ਦਿਨ। ਉਹ ਵੀ ਆਪਾਂ ਵਿਚਾਰ ਕਰਾਂਗੇ। ਹੁਣ ਇਹ ਚਿੱਠੀ ਸਾਰਿਆਂ ਨੂੰ ਦਿੱਤੀ ਹੁੰਦੀ ਹੈ। ਇਹ ਕਦੋਂ ਦਿੱਤੀ ਜਾਂਦੀ ਹੈ? ਜਦੋਂ ਇਹ ਮਾਤਾ ਦੇ ਉਦਰ ਵਿੱਚ ਸਰੀਰ ਤਿਆਰ ਹੋ ਜਾਂਦਾ ਹੈ ਤੇ ਮਨ ਨੂੰ ਸਰੀਰ ਦੇ ਨਾਲ ਜੋੜਨ ਲੱਗਦੇ ਨੇ, ਉਸ ਵਕਤ ਇਹ ਪਰਵਾਨਾ ਲਿਖਿਆ ਜਾਂਦਾ ਹੈ। ਮਨ ਨੂੰ ਜਦੋਂ ਕਰਮ ਵਾਸਤੇ, ਕਿਰਤ ਦੇ ਵਿੱਚ ਇੱਧਰ ਨੂੰ ਭੇਜਦੇ ਨੇ, ਖੇਲਣ ਵਾਸਤੇ, ਸਰੀਰ ਦੇ ਨਾਲ ਜਦੋਂ ਜੋੜਦੇ ਨੇ, ਇਹਨੂੰ ਕਿਰਤ ਕਹਿੰਦੇ ਨੇ। ਤੇ ਮਾਰੇ ਗੁਰਬਾਣੀ ਦੱਸਦੇ ਨੇ, ਕਹਿੰਦੇ ਕਿਰਤ ਪਾਇਆ ਪਰਵਾਨਾ ਲਿਖਿਆ।
ਕਿਰਤ ਹੈ ਖੇਲ, ਜਿੱਥੇ ਮਾਲਕ ਨੇ ਖੇਲਣ ਵਾਸਤੇ ਭੇਜਣਾ ਹੈ, ਜਿੱਥੇ ਆ ਕੇ ਇਸ ਨੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਦੇ ਵਿੱਚ ਖੇਲਣਾ ਹੈ। ਜਦੋਂ ਇਹਨੂੰ ਇਸ ਕਿਰਤ ਵਿੱਚ ਪਾਉਂਦੇ ਨੇ, ਆਂਦੇ ਕਿਰਤ ਪਿਆ ਪਰਵਾਨਾ ਲਿਖਿਆ, ਬੌੜ ਹੁਕਮ ਨਾ ਹੋਈ। ਤੇ ਜੋ ਉੱਥੇ ਲਿਖਦੇ ਨੇ ਉਹ ਆਂਦੇ ਜੈਸਾ ਲਿਖਿਆ ਤੈਸਾ ਪੜ੍ਹਿਆ। ਜੋ ਅਸੀਂ ਲਿਖ ਦਿੱਤਾ ਹੈ ਇਸ ਲੋਕ ਦੇ ਵਿੱਚ ਜਾ ਕੇ, ਤੈਨੂੰ ਕੋਈ ਪੜ੍ਹ ਕੇ ਤਾਂ ਸੁਣਾ ਸਕਦਾ ਹੈ ਪਰ ਉਹਦੇ ਵਿੱਚ ਕੋਈ ਬਦਲ ਨਹੀਂ ਕਰ ਸਕਦਾ। ਜੈਸਾ ਲਿਖਿਆ ਤੈਸਾ ਪੜ੍ਹਿਆ, ਨਾਨਕ ਮੇਟ ਨਾ ਸਕੇ ਕੋਈ। ਜੇ ਕਹੋ ਪਰਵਾਨੇ ਦੇ ਵਿੱਚ ਕੋਈ ਵਾਧ ਘਾਟ ਕਰ ਦੇ, ਉਹ ਨਹੀਂ ਕਰ ਸਕਦਾ। ਪਰਵਾਨਾ ਪੜ੍ਹ ਕੇ ਤਾਂ ਸੁਣਾ ਸਕਦਾ ਹੈ ਕੋਈ, ਚਿੱਠੀ ਪੜ੍ਹ ਕੇ ਸੁਣਾ ਸਕਦਾ ਹੈ। ਇਸ ਕਰਕੇ ਇਸ ਲੋਕ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤਾਂ ਆਪਾਂ ਸੰਗਤ ਵਿੱਚ ਆਉਂਦੇ, ਜਿਹੜੇ ਸੰਤ ਨੇ ਗੁਰਮੁਖ ਨੇ ਉਹ ਬ੍ਰਹਮ ਦੀ ਭਾਸ਼ਾ ਜਾਣਦੇ ਨੇ, ਉਹ ਫਿਰ ਸਾਨੂੰ ਚਿੱਠੀ ਪੜ੍ਹ ਕੇ ਸੁਣਾਉਂਦੇ ਨੇ। ਤੇ ਆਂਦੇ ਚਿੱਠੀ ਵਿੱਚ ਕੀ ਲਿਖਿਆ ਹੋਇਆ ਹੈ? ਸੱਚ ਨਾਮ ਕਰਤਾ ਪੁਰਖ, ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ, ਹਰ ਸਿਮਰ ਪੁਰਾਣੀ, ਤੋਸਾ ਦਿੱਚੇ ਸੱਚ ਨਾਮ ਨਾਨਕ ਮਹਿਮਾਣੀ। ਉਹਦੇ ਉੱਪਰ ਲਿਖਿਆ ਹੋਇਆ ਹੈ ਤੁਸੀਂ ਜਿੱਥੇ ਆਏ ਹੋ ਇੱਕ ਮਹਿਮਾਨ ਦੇ ਤੌਰ ਤੇ ਆਏ ਹੋ, ਤੇ ਤੁਸੀਂ ਸਦੀਵੀ ਨਹੀਂ, ਤੇ ਤੁਹਾਡੀ ਖੁਰਾਕ ਇੱਥੇ ਨਹੀਂ ਹੈ, ਤੁਹਾਡੀ ਖੁਰਾਕ ਨਿਜ ਮਹਿਲ ਦੇ ਵਿੱਚ ਰੱਖੀ ਹੋਈ ਹੈ। ਤੇ ਇਸ ਕਰਕੇ ਤੁਸੀਂ ਉਹਨੂੰ ਮੰਨਣਾ ਹੈ ਜਿਹਨੇ ਤੁਹਾਨੂੰ ਚਿੱਠੀ ਦਿੱਤੀ ਹੈ। ਇਸ ਲੋਕ ਦੇ ਵਿੱਚ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ, ਇਹ ਧਿਆਨ ਰੱਖਣਾ ਹੈ। ਆ ਸਾਹਿਬ ਕੌਣ ਪ੍ਰਵਾਨ ਹੈ? ਜਿਨ ਕੀ ਚੀਰੀ ਨਾ ਫਿਰੇ ਸਾਹਿਬ ਸੋ ਪ੍ਰਵਾਨ। ਜਿਹਦੀ ਚਿੱਠੀ ਨੂੰ ਕੋਈ ਮੋੜ ਨਹੀਂ ਸਕਦਾ, ਚਾਹੇ ਅਮੀਰ ਹੈ, ਗਰੀਬ ਹੈ, ਛੋਟਾ ਹੈ, ਵੱਡਾ ਹੈ। ਜਦੋਂ ਚਿੱਠੀ ਮਿਲਦੀ ਇੱਧਰ ਆ ਜਾਂਦੇ ਨੇ, ਜਦੋਂ ਸੱਦਾ ਆਉਂਦਾ ਤੇ ਉੱਧਰ ਚਲ ਜਾਂਦੇ ਨੇ। ਇਸ ਕਰਕੇ ਉਹ ਕਹਿੰਦੇ ਨੇ ਜੋ ਜਿਹੜਾ ਚਿੱਠੀ ਨੂੰ, ਜਿਹਦੀ ਚਿੱਠੀ ਮੋੜੀ ਨਹੀਂ ਜਾ ਸਕਦੀ, ਉਹ ਸਾਹਿਬ ਪ੍ਰਵਾਨ ਹੈ। ਜਿਨ ਕੀ ਚੀਰੀ ਨਾ ਫਿਰੇ ਸਾਹਿਬ ਸੋ ਪ੍ਰਵਾਨ। ਜਿੰਨਾ ਚਿਰੀ ਚੱਲਣਾ ਹੱਥ ਤੇ ਨਾ ਕਿਛਨਾ ਹੈ। ਜਿਹੜੇ ਚਿੱਠੀ ਲੈ ਕੇ ਇੱਧਰ ਆ ਜਾਂਦੇ ਨੇ ਤੇ ਇੱਧਰੋਂ ਉੱਧਰ ਚੱਲ ਜਾਂਦੇ ਨੇ, ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਨਹੀਂ ਮੰਨਣਾ ਹੁੰਦਾ। ਸਾਹਿਬ ਇੱਕ ਹੀ ਹੈ, ਨਿਰੰਕਾਰ, ਉਹਦੀ ਪੂਜਾ ਕਰਨੀ ਹੈ। ਤੇ ਜੋ ਚਿੱਠੀ ਦੇ ਵਿੱਚ ਲਿਖਿਆ ਉਹੀ ਕੰਮ ਕਰਨਾ ਹੈ ਤੁਸੀਂ। ਇਸ ਕਰਕੇ ਉਹ ਫਿਰ ਸਾਨੂੰ ਕੀ ਕਹਿੰਦੇ ਨੇ? ਸਾਨੂੰ ਤਾਇਦ ਕਰਦੇ ਨੇ, ਕਹਿੰਦੇ ਜਿਹਾ ਚੀਰੀ ਲਿਖਿਆ ਤੇ ਹੈ ਹੁਕਮ ਕਮਾਏ, ਕੱਲੇ ਆਵੇ ਨਾਨਕਾ। ਹੁਣ ਜੋ ਚਿੱਠੀ ਦੇ ਉੱਪਰ ਲਿਖਿਆ ਉਹ ਕੰਮ ਕਰੋ। ਕਈ ਦਫਾ ਤੁਸੀਂ ਦੇਖਦੇ ਹੋ, ਕਈ ਕਹਿਣਗੇ ਜੀ ਸਾਡੇ ਤੇ ਕਰਮਾਂ 'ਚ ਨਹੀਂ ਲਿਖਿਆ ਨਾਮ ਜਪਣਾ, ਜਦੋਂ ਉਹ ਜਪਾਏਗਾ ਜਪ ਲਾਂਗੇ, ਐਸਾ ਕਹਿੰਦੇ ਨੇ ਕਈ। ਹਾਂਜੀ, ਕੋਈ ਸ਼ਰਾਬ ਪੀਣ ਵਾਲਾ ਕਹਿ ਦੇਗਾ ਇਹ ਮੇਰੇ ਕਰਮਾਂ 'ਚ ਲਿਖੀ ਹੋਈ ਹੈ। ਹੁਣ ਉਹਦੀ ਚਿੱਠੀ 'ਚ ਮਾਲਕ ਨੇ ਇਹ ਨਹੀਂ ਲਿਖ ਕੇ ਭੇਜਿਆ ਤੇ ਤੂੰ ਜਾ ਕੇ ਸ਼ਰਾਬ ਪੀਤੀ ਜਾ, ਕਿਸੇ ਨਾਲ ਦੁਬਦਾ ਕਰੀ ਜਾ, ਕਿਸੇ ਨਾਲ ਈਰਖਾ ਕਰੀ ਜਾ, ਕਿਸੇ ਦੀ ਨਿੰਦਿਆ ਕਰੀ ਜਾ, ਕਿਸੇ ਨਾਲ ਠੱਗੀ ਮਾਰੀ ਜਾ। ਇਹ ਥੋੜ੍ਹੀ ਲਿਖ ਕੇ ਭੇਜਿਆ ਉਸਨੇ। ਉਸਨੇ ਲਿਖ ਕੇ ਭੇਜਿਆ ਹੈ ਵੀ ਤੂੰ ਜਾਣਾ ਤੇ ਉੱਥੇ ਜਾ ਕੇ ਆ ਖੇਲ ਹੈ ਤੇ ਵਾਪਸ ਘਰ ਆਉਣਾ ਹੈ। ਇਹ ਲਿਖਿਆ ਹੋਇਆ ਚਿੱਠੀ ਵਿੱਚ। ਇਹ ਆਪਾਂ ਕਿਸੇ ਦਿਨ ਫਿਰ ਖੋਲਾਂਗੇ ਸਾਰਾ। ਹਾਂਜੀ ਹਾਂਜੀ ਲੇਕਿਨ ਮੈਨੂੰ ਮੈਂ ਨਾ ਕਿੰਨੀ ਵਾਰ ਇਹ ਗੱਲ ਨੂੰ ਸੋਚਦਾ ਕਿ ਹਰ ਇੱਕ ਗੱਲ, ਜਿੰਨੇ ਇੱਥੇ 90% ਬੰਦੇ ਬੈਠੇ ਨੇ ਉਹਨਾਂ ਨੂੰ ਸਮਝ ਪਈ ਹੋਈ ਹੈ, ਪਰ ਲੋਕ ਤੇ ਪਰਲੋਕ ਦੀ ਗੱਲ ਇੱਕ ਬੱਚਿਆਂ ਨੂੰ ਕਿੱਦਾਂ ਸਮਝਾਏਗਾ? ਜੇ ਉਹਨੂੰ ਕੋਈ ਸਮਝਾਏਗਾ ਹੀ ਨਹੀਂ ਤਾਂ ਇਸ ਹੱਦ ਤੱਕ ਕਦੋਂ ਪਹੁੰਚੇਗਾ? ਤੇ ਉੱਥੇ ਪਰਮਾਤਮਾ ਦਾ ਕੀ ਰੋਲ ਆਉਂਦਾ? ਹੁਣ ਇੱਕ ਬੱਚੇ ਅਤੇ ਜਿੰਨੇ ਬੱਚੇ ਬੈਠੇ ਨੇ ਜਾਂ ਜਿੰਨੇ ਯੰਗਸਟਰਸ ਵੀ ਬੈਠੇ ਨੇ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਕਾਫੀ ਹਾਈ ਲੈਵਲ ਦੀਆਂ ਨੇ। ਹੁਣ ਤਾਂ ਵਾਦਾ ਹੈ ਕਿ ਅਸੀਂ ਕਹੀਏ ਪੋਸਟ ਗ੍ਰੈਜੂਏਸ਼ਨ ਤੋਂ ਵੀ ਹਾਈ ਲੈਵਲ ਦੀਆਂ ਨੇ। ਪਰ ਇੱਕ ਬੱਚਾ ਆਇਆ ਗੁਰਦੁਆਰੇ ਜਾਂ ਨਹੀਂ ਵੀ ਆਇਆ, ਗੁਰਦੁਆਰਾ ਘਰ 'ਚ ਜਨਮ ਹੋਇਆ, ਉਸ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਮੇਰੇ ਕਰਮ ਕੀ ਆ, ਚਿੱਠੀ 'ਤੇ ਕੀ ਲਿਖਿਆ ਹੋਇਆ ਹੈ? ਔਰ ਫਿਰ ਦੂਸਰੀ ਗੱਲ, ਤੁਸੀਂ ਤ੍ਰੈਗੁਣ ਦੀ ਗੱਲ ਕੀਤੀ ਹੈ ਤੇ ਹੁਣ ਸਮਝ ਪਈ ਰਜੋ ਵੀ ਠੀਕ ਹੈ, ਸਤੋ ਤਮੋ ਵੀ ਠੀਕ ਹੈ, ਤੇ ਫਿਰ ਸਤੋ ਦਾ ਰੋਲ ਕਿੱਥੇ ਆਉਂਦਾ? ਔਰ ਕਦੋਂ ਸਾਨੂੰ ਪਤਾ ਲੱਗਦਾ ਕਿ ਰਜੋ ਗੁਣ ਦੇ ਅੰਦਰ ਤਾਂ ਮੈਂ ਹੈ
ਜੇ ਨਹੀਂ ਹੈ ਤਾਂ ਮੈਂ ਤਮਾ ਗੁਣ ਚਲ ਜਾਵਾਂਗਾ ਤੇ ਮੇਰੇ ਅੰਦਰ ਤਮਾਸ ਪੈਦਾ ਹੋ ਜਾਏਗੀ। ਪਰ ਮੈਂ ਕਦੋਂ ਇਹ ਆਪਣੇ ਆਪ ਨੂੰ ਪਹਿਚਾਨਦਾ ਕਿ ਮੇਰੇ ਅੰਦਰ ਹੁਣ ਸਤੋ ਗੁਣ ਆ ਗਿਆ ਤੇ ਬੱਚਾ ਕਿੱਦਾਂ ਇਹ ਗੱਲ ਸਮਝੇ। ਕਿਉਂਕਿ ਇਹ ਦੂਸਰਾ ਮੇਰਾ ਸਵਾਲ ਹੈ, ਚਲੋ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮੇਰਾ ਕੰਮ ਠੀਕ ਹੋ ਔਰ ਹੋ ਜਾਂਦਾ, ਪਰ ਅਸੀਂ ਕਿੰਨੇ ਪੇਰੈਂਟਸ ਇਹ ਅਰਦਾਸ ਕਰਦੇ ਸੱਚਾ ਪਾਤਸ਼ਾਹ ਸਾਡੇ ਬੱਚਿਆਂ ਨੂੰ ਸੋਝੀ ਦੇ ਕਿ ਉਹ ਬੁੱਧੀ ਵਿਵੇਕ ਲੈਣ, ਗੁਰਦੁਆਰੇ ਆਉਣ, ਸੰਗਤ ਚ ਆਉਣ, ਸੇਵਾ ਕਰਨ, ਪਰ ਉਹ ਕਦੇ ਅਰਦਾਸ ਹੱਦ ਤੱਕ ਬਹੁਤ ਦੇਰ ਤੱਕ ਵੀ ਨਹੀਂ ਮਨਜ਼ੂਰ ਹੋਈ। ਮੈਨੂੰ ਇਹ ਦੋ ਗੱਲਾਂ ਅੱਜ ਤੱਕ ਨਾ ਮੇਰੇ ਮਨ 'ਚ ਕਾਫੀ ਵਾਰੀ ਇਹ ਖਿਆਲ ਜਿਸ ਤਰ੍ਹਾਂ ਗੁਰਮੁਖਾਂ ਨੇ ਪੁੱਛਿਆ ਵੀ ਇੱਕ ਜਿਹੜਾ ਬੱਚਾ ਹੈ ਉਹਨੂੰ ਕਿਸ ਤਰ੍ਹਾਂ ਇਹ ਸਾਰੀ ਸੋਝੀ ਆਵੇ। ਸੋ ਕੱਲ ਇਹਨਾਂ ਨੇ ਕਲਾਸ ਨਹੀਂ ਅਟੈਂਡ ਕੀਤੀ। ਹੁਣ ਚਾਹੇ ਬੱਚਾ ਹੈ, ਜਵਾਨ ਹੈ, ਬਜ਼ੁਰਗ ਹੈ, ਔਰਤ ਹੈ, ਮਰਦ ਹੈ, ਇਹ ਅਸੀਂ ਆਕਾਰ ਕਰਕੇ ਹਾਂ। ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰਦਾ ਪਿਆ ਹਾਂ ਇਹ ਗੱਲਾਂ ਦਿਮਾਗੀ ਨਹੀਂ ਹਨ, ਇਹਨਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ, ਮਾਈਂਡ ਦੇ ਨਾਲ ਹੈ। ਤੇ ਜਦੋਂ ਬੱਚਾ ਮਾਤਾ ਦੇ ਉਦਰ ਦੇ ਵਿੱਚ ਹੁੰਦਾ ਹੈ ਜਿੱਥੇ ਇਹ ਸਰੀਰ ਦੀ ਰਚਨਾ ਹੋ ਰਹੀ ਹੈ, ਉੱਥੇ ਜਿਹੜਾ ਮਨ ਹੈ ਉਹਨੂੰ ਇਹ ਸਾਰਾ ਗਿਆਨ ਦਿੱਤਾ ਜਾਂਦਾ ਹੈ। ਮਨ ਨੇ ਕਿਵੇਂ ਸ਼ਬਦ ਦੇ ਨਾਲੋਂ ਟੁੱਟਣਾ ਹੈ, ਕਿਵੇਂ ਇਹ ਪਾਉਣ ਦੇ ਵਿੱਚ ਮਿਲਣਾ, ਕਿਵੇਂ ਪਾਉਣ ਨੂੰ ਛੱਡਣਾ ਤੇ ਸ਼ਬਦ ਦੇ ਨਾਲ ਜੁੜਨਾ, ਇਹ ਮਾਤਾ ਦੇ ਉਦਰ ਦੇ ਵਿੱਚ ਟ੍ਰੇਨਿੰਗ ਚੱਲਦੀ ਹੈ। ਗੁਰਬਾਣੀ ਵਿੱਚ ਸਾਰਾ ਸਮਝਾਇਆ। ਤੇ ਜਦੋਂ ਉਹ ਸਾਰਾ ਅਭਿਆਸ ਮੁਕੰਮਲ ਹੋ ਜਾਂਦਾ ਹੈ ਤੇ ਮਨ ਨੂੰ ਸਾਰੀ ਸੋਝੀ ਹੁੰਦੀ ਹੈ, ਤਾਂ ਹੀ ਜਦੋਂ ਬੱਚਾ ਜਨਮ ਲੈਂਦਾ ਹੈ ਸੰਸਾਰ ਦੇ ਵਿੱਚ ਤੇ ਆ ਨਾਭੀ ਤੋਂ ਜਦੋਂ ਇੱਥੋਂ ਕੱਟਦੇ ਹਾਂ ਤੇ ਅੰਦਰੋਂ ਸ਼ਬਦ ਨਾਲੋਂ ਉਹਦਾ ਵਿਛੋੜਾ ਪੈ ਜਾਂਦਾ ਹੈ, ਸੁਖਮਨ ਟੁੱਟ ਜਾਂਦੀ ਹੈ ਤੇ ਬੱਚਾ ਰੋਣ ਲੱਗ ਜਾਂਦਾ ਹੈ। ਤੇ ਕਦੀ ਆਪਾਂ ਸਵਾਲ ਕੀਤਾ ਵੀ ਬੱਚਾ ਕਿਉਂ ਰੋਂਦਾ ਹੈ? ਉਹਦਾ ਇੱਥੇ ਜਾਣਦਾ ਵੀ ਕਿਸੇ ਨੂੰ ਨਹੀਂ, ਉਹ ਤਾਂ ਕਿਸੇ ਨੇ ਉਹਨੂੰ ਮਾਰਿਆ ਵੀ ਨਹੀਂ ਹੈ, ਕਿਉਂ ਰੋਂਦਾ ਹੈ? ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਉਸ ਵਕਤ ਉਹਨੂੰ ਸੋਝੀ ਹੁੰਦੀ ਹੈ ਵੀ ਸ਼ਬਦ ਨਾਲ ਟੁੱਟ ਗਿਆ, ਉਹਨੂੰ ਮਾਲਕ ਦੇ ਦਰਸ਼ਨ ਹੋਣੇ ਬੰਦ ਹੋ ਜਾਂਦੇ ਨੇ। ਉਹ ਫਿਰ ਕੀ ਕਰਦਾ ਹੈ, ਥੋੜ੍ਹੇ ਚਿਰ ਬਾਅਦ ਐਕਸਰਸਾਈਜ਼ ਕਰਦਾ ਹੈ। ਤੁਸੀਂ ਛੋਟਾ ਬੱਚਾ ਦੇਖਿਆ ਹੋਏਗਾ ਜਿਹੜਾ ਹਾਲੇ ਬੱਚਾ ਛੋਟਾ ਹੀ ਹੈ, ਉਹ ਤੁਹਾਨੂੰ ਐਕਸਰਸਾਈਜ਼ ਕਰਕੇ ਵੀ ਦਿਖਾ ਦੇਣਗੇ। ਹਾਲੇ 2-4 ਮਹੀਨੇ ਦੇ ਵਿੱਚ ਹੁੰਦਾ ਹੈ। ਉਹ ਫਿਰ ਕੀ ਕਰਦਾ ਹੈ, ਇਹ ਸਾਸ ਗ੍ਰਸ ਕਰਦਾ ਹੈ, ਸਵਾਸ ਅੰਦਰ ਬਾਹਰ ਖਿੱਚਦਾ ਤੇ ਅੱਖਾਂ ਬੰਦ ਕਰਦਾ ਤੇ ਆਪਣੇ ਆਪ ਹੱਸਣ ਲੱਗ ਜਾਂਦਾ ਹੈ। ਕਈ ਦਫਾ ਤੁਸੀਂ ਬੱਚਾ ਦੇਖਿਆ ਹੋਵੇਗਾ ਛੋਟਾ ਆਪਣੇ ਆਪ ਹੱਸ ਵੀ ਰਿਹਾ ਹੈ, ਹੱਸਦਾ ਹੁੰਦਾ ਨਾ ਛੋਟਾ ਬੱਚਾ, ਕਈ ਦਫਾ ਸਾਰੇ ਹੀ ਤੁਸੀਂ ਦੇਖਦੇ ਹੋ। ਉਹ ਜਦੋਂ ਅੰਦਰੋਂ ਇਹ ਪੌਣ ਸਮ ਹੋ ਜਾਂਦੀ ਹੈ, ਉਹਦਾ ਦਰ ਖੁੱਲ੍ਹਦਾ ਤੇ ਅੰਦਰੋਂ ਦਰਸ਼ਨ ਕਰਦਾ ਹੈ ਉਹ। ਤੇ ਜਦੋਂ ਦਰਸ਼ਨ ਕਰਦਾ ਉਹ ਖੁਸ਼ ਹੋ ਜਾਂਦਾ ਹੈ। ਫਿਰ ਉਹਦੇ ਮੁੱਖ ਦੇ ਵਿੱਚ ਅੰਮ੍ਰਿਤ ਰਸ ਆਉਂਦਾ ਹੈ, ਐਸਾ ਵੀ ਉਹ ਕਰਦਾ। ਹੁਣ ਉਹ ਬੱਚਾ ਜਿਸ ਤਰ੍ਹਾਂ ਕਿਰਿਆ ਕਰਦਾ ਹੈ, ਭਗਤ ਨਾਮਦੇਵ ਜੀ ਨੇ, ਭਗਤ ਕਬੀਰ ਨੇ ਉਸ ਬੱਚੇ ਤੋਂ ਸਿੱਖਿਆ ਲੈ ਕੇ ਤੇ ਗੁਰਬਾਣੀ ਦੇ ਵਿੱਚ ਲਿਖਿਆ ਹੈ। ਉਹਨੂੰ ਗੁਰਬਾਣੀ 'ਚ ਉਹਨਾਂ ਨੇ ਕੁੰਭ ਕਿਰਿਆ ਕਿਹਾ ਹੈ ਵੀ ਬੱਚਾ ਇੱਕ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਉਹਨੂੰ ਉਹ ਭੇਦ ਹੈ ਵੀ ਪੌਣ ਨੂੰ ਸਮ ਕਰਕੇ ਤੇ ਕਿਵੇਂ ਅੰਦਰੋਂ ਮਾਲਕ ਦੇ ਦਰਸ਼ਨ ਕਰਨੇ ਨੇ। ਉਹ ਜਦੋਂ ਉਸ ਤਰ੍ਹਾਂ ਕਰਦਾ ਹੈ, ਉਹਨੂੰ ਗੁਰਬਾਣੀ 'ਚ ਕਹਿੰਦੇ ਨੇ ਵੀ ਇਹ ਕੈਸੀ ਅਵਸਥਾ ਹੈ, ਜਿਹਨੂੰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ, ਬਾਜੀ ਲੈਨ ਹੱਥ ਬਾਜੇ, ਕੁੰਭਕ ਭਰਪੁਰ ਲੀਨਾ ਤੋਂ ਬਾਜੇ ਅਨਹਦ ਬੀਨਾ। ਉਹ ਬੱਚੇ ਦੀ ਐਕਸਰਸਾਈਜ਼ ਦੀ ਗੱਲ ਲਿਖੀ ਹੋਈ ਹੈ। ਹੁਣ ਬੱਚਾ ਹੌਲੀ ਹੌਲੀ ਜਦੋਂ ਆਪਾਂ ਸੰਸਾਰ ਵਿੱਚ ਪ੍ਰਵੇਸ਼ ਹੋ ਗਿਆ, ਮਾਤਾ ਪਿਤਾ ਉਹਦਾ ਧਿਆਨ ਬਦਲਣਾ ਸ਼ੁਰੂ ਕਰ ਦਿੰਦੇ ਨੇ। ਉਹਦੇ ਕੋਲ ਜੋਤ ਹੈ, ਜੋਤ ਮਨ ਨੂੰ ਕਹਿੰਦੇ ਨੇ। ਉਸ ਮਨ ਨੇ ਹੁਣ ਸਿੱਖਣਾ ਹੁੰਦਾ ਹੈ। ਮਨ ਨੇ ਸਿੱਖਣਾ ਹੈ ਵੀ ਕਿਵੇਂ ਸ਼ਬਦ ਦੇ ਨਾਲ ਜੁੜਨਾ ਤੇ ਕਿਵੇਂ ਇਸ ਰਜੋਗੁਣ ਤੇ ਆ ਕੇ ਕਰਮ ਕਰਨਾ।
ਹੁਣ ਇੱਥੇ ਫਿਰ ਜਦੋਂ ਮਾਤਾ ਪਿਤਾ ਨੂੰ ਬ੍ਰਹਮ ਦਾ ਗਿਆਨ ਨਹੀਂ ਹੁੰਦਾ, ਸੋਝੀ ਨਹੀਂ ਹੁੰਦੀ, ਤੇ ਉਹ ਮਾਤਾ ਪਿਤਾ ਜਿਹੜੇ ਨੇ ਉਹ ਬੱਚੇ ਨੂੰ ਦੁਬਦਾ ਸਿਖਾਉਣੀ ਸ਼ੁਰੂ ਕਰ ਦਿੰਦੇ ਨੇ। ਤੇ ਦੁਬਦਾ ਦੇ ਵਿੱਚ ਜਦੋਂ ਬੱਚਾ ਜਾਂਦਾ ਹੈ, ਉਹ ਕਹਿੰਦੇ ਨੇ ਇਹ ਆਪਣੇ ਘਰ ਅੱਛਾ ਨਹੀਂ ਹੈ, ਇਹ ਫਲਾਨਾ ਤੇਰਾ ਤਾਇਆ ਹੈ, ਇਸ ਤਰ੍ਹਾਂ ਹੈ। ਉਹ ਫਿਰ ਬੱਚਾ ਸਿੱਖਦਾ ਸਿੱਖਦਾ ਹੌਲੀ ਹੌਲੀ ਉਹ ਦੁਬਦਾ ਤੇ ਈਰਖਾ ਦੇ ਵਿੱਚ ਚਲਾ ਜਾਂਦਾ ਹੈ। ਉਹ ਫਿਰ ਇਸ ਰਸਤੇ ਤੇ ਚੱਲਦਾ ਹੈ। ਜਦੋਂ ਇਸ ਰਸਤੇ ਚੱਲ ਪਿਆ, ਉਹਨੂੰ ਸੋਝੀ ਨਹੀਂ ਰਹਿੰਦੀ। ਇੱਥੇ ਫਿਰ ਇਹਦੇ ਪੈਰਲਲ ਹੀ ਪਰਮਾਤਮਾ ਨੇ ਆਪਣੇ ਮਨ ਬੱਚੇ ਨੂੰ ਸਮਝਾਉਣ ਵਾਸਤੇ ਗੁਰੂ ਦੀ ਡਿਊਟੀ ਲਾਈ ਹੈ। ਤੇ ਗੁਰੂ ਦੀ ਡਿਊਟੀ ਲਾਈ ਹੈ ਵੀ ਉਸ ਨੂੰ ਉਹਨੇ ਸਮਝਾਉਣਾ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘਰ ਘਰ ਜਾ ਕੇ ਇਹ ਸੰਦੇਸ਼ ਦਿੱਤਾ ਵੀ ਆਪਣੇ ਅਸਲੀ ਜੀਵਨ ਦੇ ਕਾਲ ਨੂੰ ਸਮਝਣ ਦਾ ਯਤਨ ਕਰੋ ਵੀ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਹਾਂ। ਹੁਣ ਇੱਥੇ ਭਰਮ ਹੀ ਇੰਨਾ ਜ਼ਿਆਦਾ ਪੈ ਚੁੱਕਾ ਹੈ। ਇਹ ਜਿਹੜੀਆਂ ਗੱਲਾਂ ਆਪਾਂ ਨੂੰ ਲੱਗਦੀਆਂ ਨੇ ਵੀ ਇਹ ਬਹੁਤ ਉੱਚੀਆਂ ਨੇ, ਇਹ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਨੇ। ਰੋਜ਼ ਹੀ ਆਪਾਂ ਆਉਂਦੇ ਹਾਂ। ਹੁਣ ਸਵੇਰੇ ਆਪਾਂ ਜਦੋਂ ਜਾਗਦੇ ਹਾਂ, ਸਰੀਰ ਵਿੱਚ ਆ ਜਾਂਦੇ ਹਾਂ, ਉੱਥੇ ਵਿਚਾਰ ਪੈਦਾ ਹੁੰਦੇ ਨੇ। ਉਹ ਵਿਚਾਰ ਆ ਰਜੋਗੁਣੀ ਹੁੰਦੇ ਨੇ। ਰਜੋਗੁਣੀ ਹੁੰਦਾ ਹੈ ਜਿਸ ਆਪਾਂ ਕੋਈ ਕੰਮ ਕਰਦੇ ਹਾਂ, ਤੇ ਜਦੋਂ ਤੁਸੀਂ ਕੰਮ ਕਰਨਾ ਹੈ ਉਦੋਂ ਤੁਸੀਂ ਧਰਮ ਦਾ ਆਸਰਾ ਲੈਣਾ ਹੈ। ਧਰਮ ਦਾ ਆਸਰਾ ਹੈ ਜਿਹੜਾ ਸਤੋ ਗੁਣ ਹੈ। ਜਿਸ ਤਰ੍ਹਾਂ ਆਪਾਂ ਕਰਮ ਕਰਦੇ ਸਾਂ, ਤੁਸੀਂ ਥੋੜਾ ਲੇਟ ਆਏ ਹੋਣੇ ਇੱਥੇ। ਜਦੋਂ ਹੁਣ ਆਪਾਂ ਕਰਮ ਕਰਦੇ ਹਾਂ, ਆਪਾਂ ਧਰਮ ਦਾ ਆਸਰਾ ਲੈਣਾ ਹੈ, ਸਿਮਰਨ ਕਰਨਾ ਹੈ। ਜੇ ਆਪਾਂ ਇਕੱਲਾ ਕਰਮ ਕਰਾਂਗੇ, ਕਿਸੇ ਨਾਲ ਦੁਬਦਾ ਕਰਾਂਗੇ, ਈਰਖਾ ਕਰਾਂਗੇ, ਨਿੰਦਿਆ ਕਰਾਂਗੇ, ਚੁਗਲੀ ਕਰਾਂਗੇ, ਇਹ ਤਾਂ ਹੁਣ ਆਪਾਂ ਨੂੰ ਆਲਰੇਡੀ ਪਤਾ ਹੀ ਹੈ ਵੀ ਇਹ ਆਪਾਂ ਨਹੀਂ ਕਰਨੀ। ਇਹ ਆਪਾਂ ਬੱਚਿਆਂ ਨੂੰ ਵੀ ਸਮਝਾਉਂਦੇ ਹਾਂ ਵੀ ਜੇ ਤੁਹਾਨੂੰ ਕੋਈ ਚੀਜ਼ ਦਿੰਦਾ ਹੈ, ਉਹਨੂੰ ਥੈਂਕ ਯੂ ਕਰੋ, ਉਹਦਾ ਧੰਨਵਾਦ ਕਰੋ। ਇਸ ਸ਼ਲੋਕ ਦੇ ਵਿੱਚ ਜਿਹੜਾ ਗੁਰੂ ਹੈ ਉਹ ਸਮਝਾਉਂਦਾ ਹੈ ਵੀ ਤੁਹਾਡਾ ਕਰਮ ਜਿਹੜਾ ਹੈ ਅਸਵਾਸ ਦਾ ਕਰਕੇ ਹੈ। ਜੇ ਤੁਹਾਨੂੰ ਸਵਾਸ ਹੀ ਨਾ ਮਿਲੇਗਾ, ਇਸ ਕਰਕੇ ਜਿਹੜਾ ਸਵਾਸ ਦੇ ਰਿਹਾ ਹੈ ਉਹਦਾ ਸ਼ੁਕਰ ਕਰੋ। ਤੇ ਉਹਦਾ ਸ਼ੁਕਰ ਕਿਵੇਂ ਕਰਨਾ ਹੈ? ਨਾਲੇ ਕੰਮ ਕਰੋ, ਨਾਲੇ ਵਾਹਿਗੁਰੂ, ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਉਸ ਨੂੰ ਯਾਦ ਕਰਨਾ ਚਾਹੁੰਦੇ ਹੋ। ਅਸੰਖਾ ਨਾਮ ਰੱਖੇ ਹੋਏ ਨੇ ਉਹਦੇ, ਕਿਸੇ ਵੀ ਨਾਮ ਲੈ ਕੇ ਤੁਸੀਂ ਉਹਦਾ ਸ਼ੁਕਰ ਕਰੋ, ਉਹਦਾ ਧੰਨਵਾਦ ਕਰੋ। ਫਿਰ ਤੁਹਾਡਾ ਜਿਹੜਾ ਧਿਆਨ ਹੈ, ਮਨ ਹੈ, ਇਹ ਦੂਰ ਤੱਕ ਨਹੀਂ ਜਾਏਗਾ, ਜ਼ਿਆਦੀਆਂ ਲਹਿਰਾਂ ਦੇ ਵਿੱਚ ਨਹੀਂ ਜਾਏਗਾ। ਤੁਸੀਂ ਹੌਲੀ ਹੌਲੀ ਕੁਦਰਤ ਦੇ ਪਰਮਾਤਮਾ ਦੇ ਨੇੜੇ ਹੋਣਾ ਸ਼ੁਰੂ ਹੋ ਜਾਓਗੇ। ਸੋ ਆਹ ਸਮਝਣ ਦਾ ਯਤਨ ਕਰ ਰਹੇ ਸੀ ਆਪਾਂ। ਨਹੀਂ, ਉਹ ਤਾਂ ਮੈਂ ਇੱਕਦਮ ਤੁਹਾਡੇ ਨਾਲ 100% ਸਹਿਮਤ ਹਾਂ। ਮੇਰਾ ਸਵਾਲ ਇਹ ਸੀਗਾ ਕਿ ਇੱਕ ਬੱਚਾ ਜਿਹੜਾ ਜਨਮ ਲਿਆ, ਉਹ ਸੋਝੀ ਕਿੱਦਾਂ ਪਾਵੇ? ਬੱਚੇ ਨੂੰ ਆਲਰੇਡੀ ਸੋਝੀ ਹੁੰਦੀ ਹੈ। ਕਿਉਂ ਕੱਟਦੇ ਹਾਂ, ਲਿੰਕ ਟੁੱਟ ਗਈ, ਉਹ ਵੱਡਾ ਹੋ ਗਿਆ। ਤੇ ਕੋਈ ਬੱਚੇ ਹੁੰਦੇ ਨੇ ਜਿਹੜੇ ਫਿਰ ਦੂਸਰੀ ਗੱਲ ਆ ਜਾਂਦੀ ਆ ਕਿ ਜੇ ਸੋਝੀ ਮਿਲਣੀ ਆ ਤੁਹਾਨੂੰ, ਤੇ ਪੂਰਬੀ ਕਰਮਾਂ ਦੀ ਵੀ ਗੱਲ ਕੀਤੀ। ਲੋਕ ਪੂਰਬੀ ਕਰਮਾਂ ਦਾ ਕਰਕੇ ਤਾਂ ਕੁਝ ਇੱਥੇ ਕਰਮ ਤੁਸੀਂ ਕਮਾਉਣੇ ਅੱਛੇ ਜਾਂ ਮਾੜੇ, ਜਾਂ ਤੁਸੀਂ ਇਹ ਸੋਚਦੇ ਹੋ। ਓਕੇ, ਦੂਸਰੀ ਗੱਲ ਹੈ, ਜੇ ਇੱਕ ਬੱਚੇ ਨੂੰ ਕੋਈ ਟੀਚਰ ਹੀ ਨਾ ਮਿਲੇ, ਸਮਝੋ ਕਿ ਇੱਕ ਫੈਮਿਲੀ ਉਹ ਸਾਰੀ ਐਥੀਸਟ, ਰੱਬ ਨੂੰ ਮੰਨਦੇ ਹੀ ਨਹੀਂ, ਪਰ ਉਹ ਕਹਿੰਦੇ ਅਸੀਂ ਸਿੱਖ ਹਾਂ, ਪਰ ਅਸੀਂ ਅਸੀਂ ਅੱਛੇ ਕਰਮ ਹੀ ਕਰਦੇ ਹਾਂ, ਬਸ ਸਾਰਿਆਂ ਦਾ ਭਲਾ ਕਰੀ ਜਾਂਦੇ ਹਾਂ, ਦਾਨ ਪੁੰਨ ਕਰੀ ਜਾਂਦੇ ਹਾਂ। ਮੈਂ ਸਮਝ ਗਿਆ ਤੁਹਾਡੀ ਗੱਲ। ਜਿਸ ਤਰ੍ਹਾਂ ਤੁਸੀਂ ਆਪਣਾ ਇੱਕ ਸਵਾਲ ਕੀਤਾ ਵੀ ਆਪਾਂ ਆਏ ਤੇ ਸਾਡੇ ਪੂਰਬਲੇ ਕਰਮ ਜਿਹੜੇ, ਠੀਕ ਹੈ, ਉਹ ਨਾਲ ਨਾਲ ਚੱਲਦੇ ਆ। ਤੇ ਜਿਹਦੇ ਪੂਰਬਲਾ ਧਨ, ਪੂਰਬਲੇ ਕਰਮ, ਸਵਾਸਾਂ ਦਾ ਧਨ ਜ਼ਿਆਦਾ, ਉਹਨੂੰ ਸਤ ਸੰਗਤ ਮਿਲ ਜਾਂਦੀ ਹੈ। ਪਹਿਲਾਂ ਉਹਦਾ ਜਿਹੜਾ ਜਨਮ ਹੈ, ਜਨਮ ਹੀ ਇਸ ਤਰ੍ਹਾਂ ਹੁੰਦਾ ਆ ਜਿੱਥੇ ਪਹਿਲਾਂ ਹੀ ਇਸ ਰਸਤੇ ਤੇ ਥੋੜਾ ਚੱਲ ਰਿਹਾ। ਤੇ ਜਿਹਦੇ ਪੂਰਬਲੇ ਕਰਮ ਹੈ ਹੀ ਨਹੀਂ ਆ, ਸਿੱਧਾ ਪਸ਼ੂ ਜਾਮੇ ਤੋਂ ਆ ਗਿਆ, ਤੇ ਉਹਨੂੰ ਫਿਰ ਸਤ ਸੰਗਤ ਮਿਲਣੀ ਵੀ ਨਹੀਂ ਆ, ਕਿਉਂਕਿ ਉਹ ਪੂਰਬਲੇ ਕਰਮਾਂ ਕਰਕੇ ਉਹਨੂੰ ਜਨਮ ਹੀ ਇਹੋ ਜਿਹੀ ਥਾਂ ਤੇ ਮਿਲਿਆ ਕਿ ਉਹਨੂੰ ਸਤ ਸੰਗਤ ਨਹੀਂ ਮਿਲਣੀ, ਕਿਉਂਕਿ ਉਹਨੇ ਪੂਰਬਲੀ ਕਮਾਈ ਨਹੀਂ ਕੀਤੀ। ਇੱਥੇ ਹੁਣ ਕਮਾਈ ਕਰੇਗਾ, ਫਿਰ ਉਹਨੂੰ ਅਗਾਂਹ ਮੌਕਾ ਮਿਲੇਗਾ। ਇਸ ਕਰਕੇ ਮਰ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੈ ਤਾਂ ਪੁਰਖ ਰਸਕ ਭੇਟਿਓ ਬਰਾਗੀ। ਜਿਸ ਤਰ੍ਹਾਂ ਹੁਣ ਆਪਾਂ ਸਾਰੇ ਚੱਲਦੇ ਆ ਰਹੇ ਹਾਂ, ਆਪਾਂ ਪਿਛਲੇ ਜਨਮਾਂ ਦੇ ਆ ਰਹੇ ਹਾਂ, ਤੇ ਪਿਛਲੇ ਜਨਮਾਂ 'ਚ ਚੱਲਦਿਆਂ ਤਿੰਨ ਤਰ੍ਹਾਂ ਦੇ ਨਾਲ ਸਾਨੂੰ ਮਾਨਸ ਜਮਾ ਮਿਲਦਾ।
ਇੱਕ ਹੁੰਦਾ ਵਾ ਡਾਇਰੈਕਟ ਭਰਤੀ। ਡਾਇਰੈਕਟ ਭਰਤੀ ਹੁੰਦਾ ਸਿੱਧਾ ਹੀ, ਜਿਸ ਤਰ੍ਹਾਂ ਤੁਸੀਂ ਕੋਈ ਜਾਨਵਰ ਘਰ ਦੇ ਵਿੱਚ ਰੱਖ ਲੈਂਦੇ ਹੋ, ਤੇ ਕੋਈ ਜਾਨਵਰ ਤੁਸੀਂ ਘਰ ਦੇ ਵਿੱਚ ਰੱਖ ਲਿਆ, ਉਹਦਾ ਤੁਹਾਡੇ ਨਾਲ ਪਿਆਰ ਪੈ ਗਿਆ, ਤੇ ਜਦੋਂ ਉਹਦਾ ਪਿਆਰ ਪੈ ਗਿਆ, ਉਹਦਾ ਅੰਤ ਸਮਾਂ ਆਉਂਦਾ ਹੈ, ਉਹ ਸਰੀਰ ਛੱਡਦਾ ਹੈ, ਉਹਦਾ ਧਿਆਨ ਮਨੁੱਖ ਦੇ ਵਿੱਚ ਰਹਿਣ ਕਰਕੇ ਉਹਨੂੰ ਸਿੱਧਾ ਹੀ ਪਸ਼ੂ ਜਾਮੇ ਤੋਂ ਤੇ ਸਿੱਧਾ ਹੀ ਮਨੁੱਖਾ ਦੇਹੀ ਮਿਲ ਜਾਂਦੀ ਹੈ। ਹੁਣ ਜਦੋਂ ਉਹਨੂੰ ਸਿੱਧਾ ਮਨੁੱਖਾ ਦੇਹੀ ਮਿਲ ਗਈ, ਉਹਦਾ ਸੁਭਾਅ ਜਿਹੜਾ ਨਾ ਕਰਮ ਦੇ ਨਾਲ ਬੱਝਾ ਹੁੰਦਾ, ਕਠੋਰ ਹੁੰਦਾ, ਕਿਉਂਕਿ ਜਿੱਥੋਂ ਮਨ ਆਇਆ ਕਰਮ ਦੇ ਨਾਲ ਬੱਝਾ। ਉਹ ਪਰਮਾਤਮਾ ਨਿਰੰਕਾਰ ਉਹਦੀ ਗੱਲ ਨਹੀਂ ਕਰੇਗਾ, ਉਹ ਸਿਰਫ ਕਰਮ ਦੇ ਨਾਲ ਜੁੜਿਆ ਰਹੇਗਾ ਵੀ ਮੈਂ ਕਰਮ ਹੀ ਕਰਨਾ। ਉਹਨੂੰ ਗੁਰਬਾਣੀ ਦੇ ਵਿੱਚ ਪਰਮਾਤਮਾ ਗੁਰੂ ਜਦੋਂ ਸਮਝਾਉਂਦਾ, ਉਹਨੂੰ ਕਹਿੰਦਾ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕਿਉ ਨਾ। ਪਰ ਉਹ ਨਹੀਂ ਮੰਨੇਗਾ, ਉਹ ਕਹੇਗਾ ਵੀ ਨਹੀਂ, ਰੱਬ ਹੁੰਦਾ ਹੀ ਨਹੀਂ, ਪਰਮਾਤਮਾ ਹੁੰਦਾ ਹੀ ਨਹੀਂ ਹੈ। ਦੂਸਰਾ ਜਿਹੜਾ ਮਨੁੱਖੀ ਜਾਮੇ ਵਿੱਚ ਆਪਾਂ ਆਉਂਦੇ ਹਾਂ, ਇਹ ਹੁੰਦਾ 84 ਲੱਖ ਦੇ ਵਿੱਚੋਂ ਚੱਲਦਿਆਂ 84 ਲੱਖ ਚੱਲਦਿਆਂ ਜਦੋਂ ਲੰਮਾ ਸਫ਼ਰ ਹੋ ਗਿਆ, ਬੇਨਤੀਆਂ ਜੋਦੜੀਆਂ ਉਹ ਕਰਦੇ ਨੇ ਵੀ ਸਾਨੂੰ ਵੀ ਮਾਨਸ ਜਨਮ ਦਿਓ, ਤੇ ਫਿਰ ਜਾ ਕੇ ਕਿਤੇ ਵਾਰੀ ਮਿਲੀ, ਮੌਕਾ ਮਿਲਿਆ, ਫਿਰ ਉਹਨਾਂ ਨੂੰ ਮਾਨਸ ਜਾਮੇ ਵਿੱਚ ਲੈ ਕੇ ਆਉਂਦੇ। ਤੇ ਜਦੋਂ ਉਹਨੂੰ ਮਾਨਸ ਜਾਮੇ ਵਿੱਚ ਲੈ ਕੇ ਆਉਂਦੇ ਨੇ, ਤੇ ਉਹਦਾ 84 ਲੱਖ ਦਾ ਦੁੱਖ ਭੋਗਿਆ ਹੁੰਦਾ ਉਸਨੇ, ਬੜੀਆਂ ਜੂਨਾਂ ਵਿੱਚੋਂ। ਉਹਦਾ ਥੋੜ੍ਹਾ ਜਿਹਾ ਮਨ ਨਿਰਮਲ ਹੁੰਦਾ ਹੈ, ਤੇ ਉਹ ਇੱਥੇ ਆ ਕੇ ਗੁਰੂ ਧਾਰਨਾ ਕਰ ਲੈਂਦਾ, ਗੁਰੂ ਵਾਲਾ ਬਣ ਜਾਂਦਾ, ਪਰ ਨਾਮ ਨਹੀਂ ਜਪਦਾ। ਤੇ ਉਹਨੂੰ ਜਦੋਂ ਗੁਰਮੁਖ ਮਿਲਦੇ ਨੇ, ਸੰਤ ਭਗਤ ਗੁਰਮੁਖ ਬ੍ਰਹਮ ਗਿਆਨੀ, ਉਹ ਦੇਖਦੇ ਨੇ, ਉਹਨੂੰ ਕਹਿੰਦੇ ਨੇ ਤੈਨੂੰ ਮਿਲਿਆ ਜਾਮਾ ਸਿਮਰਨ ਕਰਨ ਵਾਸਤੇ, ਨਾਮ ਜਪ ਲੈ ਕਈਆਂ ਚਿਰਾਂ ਤੋਂ ਬਾਅਦ। ਉਹਨੂੰ ਫਿਰ ਵੱਖਰਾ ਉਪਦੇਸ਼ ਦਿੱਤਾ ਹੋਇਆ, ਉਹਨੂੰ ਮਾਰੇ ਕਹਿੰਦੇ ਨੇ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਹੁਣ ਤੀਸਰਾ ਹੁੰਦਾ ਵਾ ਜਿਹੜਾ ਆਪਾਂ ਹੁਣ ਸਿਮਰਨ ਕਰਦੇ ਪਏ ਹਾਂ, ਜੇ ਆਪਾਂ ਸ਼ਬਦ ਵਿੱਚ ਨਹੀਂ ਸਮਾਏ, ਆਪਾਂ ਇੱਥੇ ਹੀ ਕਰਮ ਤੇ ਸਿਮਰਨ ਕਰੀ ਜਾ ਰਹੇ ਹਾਂ, ਅਨਹਦ ਸ਼ਬਦ ਵਿੱਚ ਨਹੀਂ ਸਮਾਏ, ਤੇ ਦੇਹ ਛੱਡਣ ਤੋਂ ਬਾਅਦ ਆਪਾਂ ਘਰ ਨਹੀਂ ਜਾਂਦੇ। ਅਸੀਂ ਕਿੱਥੇ ਚਲੇ ਜਾਂਦੇ ਹਾਂ? ਉਹਨੂੰ ਮਾਰੇ ਕਹਿੰਦੇ ਨੇ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿਹੁ ਜਗ ਮਾਹੇ, ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ। ਦੇਵਲੋਕ ਦੇ ਵਿੱਚ ਕੁਝ ਸਮਾਂ ਠਹਿਰਾਇਆ ਜਾਂਦਾ ਇੱਥੇ, ਫਿਰ ਉਹ ਬੇਨਤੀਆਂ ਕਰਦੇ ਨੇ ਵੀ ਸਾਨੂੰ ਵੀ ਮਾਨਸ ਜਾਮਾ ਦਿਓ। ਫਿਰ ਉਹਨੂੰ ਦੇਵਲੋਕ ਦੇ ਵਿੱਚੋਂ ਫਿਰ ਮਨੁੱਖਾ ਜਨਮ ਮਿਲਦਾ, ਤੇ ਜਦੋਂ ਉਹ ਮਨੁੱਖਾ ਜਨਮ 'ਚ ਆਉਂਦੇ ਨੇ, ਉਹਨਾਂ ਨੂੰ ਫਿਰ ਮਾਰੇ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਲਾਓ। ਇਹ ਜਿਹੜਾ ਬ੍ਰਹਮ ਦਾ ਰਸਤਾ ਵਾ, ਇਹ ਦੇਵਲੋਕ ਦੇ ਜਿਹੜੇ ਆਏ ਉਹਨਾਂ ਨੇ ਇਸ ਚੀਜ਼ ਨੂੰ ਪਕੜ ਕਰਨੀ ਹੈ। ਜੇ ਉਹ ਦੂਸਰੇ ਆਏ ਨੇ, ਉਹਨਾਂ ਨੂੰ ਹਲੇ ਹੋਰ ਮਿਹਨਤ ਕਰਨੀ ਪਏਗੀ। ਇਸ ਕਰਕੇ ਉਹਨਾਂ ਦਾ ਸੰਗਤ ਦੇ ਨਾਲ ਮਿਲਾਪ ਹੀ ਨਹੀਂ ਹੋਏਗਾ, ਉਹ ਇਸ ਤਰ੍ਹਾਂ ਹੀ ਲੰਘ ਜਾਣਗੇ, ਔਰ ਸੁਣਨਗੇ ਨਹੀਂ ਇਹ ਚੀਜ਼ ਨੂੰ। ਇਸ ਕਰਕੇ ਜਿਸ ਤਰ੍ਹਾਂ ਹੁਣ 500 ਸਾਲ 550 ਸਾਲ ਤੋਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਨੇ, ਤੇ ਬਹੁਤ ਸਾਰੇ ਜਿਹੜੇ ਜੀਵ ਨੇ ਉਹ ਗੁਰੂ ਦੇ ਕੋਲੋਂ ਲੰਘ ਤਾਂ ਜਾਂਦੇ ਨੇ, ਪਰ ਗੁਰਬਾਣੀ ਦੀ ਜਿਹੜੀ ਗੱਲ ਆ ਉਹ ਨਹੀਂ ਸਰਵਣ ਕਰਦੇ, ਕਿਉਂਕਿ ਭਾਗ ਨਹੀਂ ਬਣੇ। ਤੇ ਜਦੋਂ ਪੂਰਬਲੇ ਭਾਗ ਅੰਕੁਰ ਪ੍ਰਗਟ ਹੋ ਗਏ, ਤੇ ਫਿਰ ਹੀ ਆਪਾਂ ਨੂੰ ਇਹ ਬ੍ਰਹਮ ਦੀ ਹੌਲੀ ਹੌਲੀ ਸੋਝੀ ਹੋਣੀ ਸ਼ੁਰੂ ਹੋਈ। ਇਸ ਕਰਕੇ ਗੁਰੂ ਸਾਹਿਬ ਨੇ, ਜਦੋਂ ਤੁਸੀਂ ਦੇਖੋਗੇ, ਚਾਹੇ ਬੱਚਾ ਆ, ਚਾਹੇ ਜਵਾਨ ਹੈ, ਚਾਹੇ ਬਜ਼ੁਰਗ ਹੈ, 3 ਅਵਸਥਾ ਹੀ ਆ। ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਦੋਂ ਉਹਨਾਂ ਨੇ ਸਾਡਾ ਮਾਰਗਦਰਸ਼ਨ ਕੀਤਾ, ਤੇ ਉਹਦੇ ਵਿੱਚ ਇੱਕ 90 ਸਾਲ ਦੇ ਗੁਰੂ ਅਮਰਦਾਸ ਜੀ ਵੀ ਆ, ਜਿਹੜੇ ਸੰਸਾਰ ਨੂੰ ਬ੍ਰਹਮ ਵਿਦਿਆ ਦਿੰਦੇ ਆ, ਤੇ ਇੱਕ ਪੂਰੀ ਨੌਜਵਾਨ ਅਵਸਥਾ ਦੇ ਵਿੱਚ 6ਵੇਂ ਪਾਤਸ਼ਾਹ ਵੀ ਆ,
10ਵੇਂ ਪਾਤਸ਼ਾਹ ਵੀ ਆ, ਤੇ ਇੱਕ ਬਾਲਕ ਅਵਸਥਾ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਆ। ਉਹ ਬ੍ਰਹਮ ਗਿਆਨ ਦਾ ਸੰਬੰਧ ਸਰੀਰ ਦੇ ਨਾਲ ਨਹੀਂ ਹੁੰਦਾ, ਉਮਰ ਦੇ ਲਿਹਾਜ਼ ਨਾਲ ਨਹੀਂ ਹੁੰਦਾ, ਗਰੀਬੀ ਦੇ ਨਾਲ ਨਹੀਂ ਹੁੰਦਾ, ਅਮੀਰੀ ਦੇ ਨਾਲ ਨਹੀਂ ਹੁੰਦਾ, ਕਿਉਂਕਿ ਸਾਡੇ ਭਗਤ ਜਿਹੜੇ ਨੇ ਉਹ ਬੜੇ ਗਰੀਬੀ ਰੇਖਾ ਤੋਂ ਹੇਠਾਂ ਵਿਚਰਦੇ ਰਹੇ, ਔਰ ਉਹਨਾਂ ਦਾ ਜਿਹੜਾ ਕਰਮ ਸੀ ਬੜਾ ਸਖਤ ਸੀ। ਅੱਜ ਤੁਸੀਂ ਦੇਖੋ ਕਈ ਦਫਾ ਨਾ ਬੱਚੇ ਮੈਨੂੰ ਸਵਾਲ ਕਰਦੇ ਨੇ ਇੱਥੇ, ਉਹ ਕਹਿਣਗੇ ਭਾਈ ਸਾਹਿਬ ਅਸੀਂ ਕੰਮ ਕਰਨਾ ਸੀ ਤੇ ਸਾਨੂੰ ਨਾ ਪੈਕਿੰਗ ਜੀ ਕਰਨੀ ਪੈਂਦੀ ਇੱਥੇ ਹਰ ਇੱਕ ਤਰ੍ਹਾਂ ਦੇ ਸਮਾਨ ਦੀ, ਹੈ ਤੇ ਸਾਡਾ ਕਿਤੇ ਨਾਮ ਤੋਂ ਹੀ ਨਾ ਦੂਰ ਹੋ ਜਾਈਏ। ਹੁਣ ਆਪਾਂ ਦੇਖਦੇ ਹਾਂ ਕਿ ਭਗਤ ਰਵਿਦਾਸ ਜੀ ਦੱਸਦੇ ਨੇ ਵੀ ਅਸੀਂ ਆਪਣੇ ਬਨਾਰਸ ਦੇ ਆਲੇ ਦੁਆਲੇ ਜਿਹੜੇ ਮਰੇ ਹੋਏ ਪਸ਼ੂ ਸੀ ਉਹਨਾਂ ਦਾ ਚਮੜਾ ਲਾ ਕੇ ਤੇ ਜੁੱਤੀਆਂ ਬਣਾਉਂਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ। ਉਸ ਅਵਸਥਾ ਦੇ ਵਿੱਚ ਵੀ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ। ਅੱਜ ਤੁਸੀਂ ਦੇਖੋ ਇੱਥੇ ਕਈ ਦਫਾ ਜੀਵ ਕਹਿੰਦੇ ਨੇ ਜਿੱਥੇ ਨਾਮ ਜਪਣਾ ਬੜੀ ਸਫਾਈ ਹੋਣੀ ਚਾਹੀਦੀ ਹੈ, ਚਿੱਟੇ ਕੱਪੜੇ ਹੋਣੇ ਚਾਹੀਦੇ ਆ, ਆਹ ਹੋਣਾ ਚਾਹੀਦਾ। ਸੋ ਇਸ ਕਰਕੇ ਇਹ ਜਿਹੜਾ ਬ੍ਰਹਮ ਦੀ ਅਵਸਥਾ ਦਾ ਵਾ ਉਹ ਸਾਡੇ ਮਨ ਦੇ ਨਾਲ ਸੰਬੰਧ ਆ, ਨਾ ਕਿ ਬਾਹਰ ਆਪਣੀ ਤਨ ਦੇ ਨਾਲ, ਨਾ ਸਾਡੇ ਸਰੀਰ ਨਾਲ, ਨਾ ਸਾਡੇ ਬਜ਼ੁਰਗ ਨਾਲ, ਨਾ ਸਾਡੀ ਪੜ੍ਹਾਈ ਦੇ ਨਾਲ। ਇਹ ਕੋਈ ਬਾਹਰ PhD ਲੈਵਲ ਦੀਆਂ, ਇਹ ਇੱਕ ਅਨਪੜ੍ਹ ਦੀਆਂ ਗੱਲਾਂ ਨੇ ਸਾਰੀਆਂ। ਇਹ ਜਿਹੜੀਆਂ ਆਪਾਂ ਗੱਲਾਂ ਕਰਦੇ ਇੱਕ ਅਨਪੜ੍ਹ ਆਦਮੀ, ਮਾਰੇ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇਹ ਪੜ੍ਹੇ ਲਿਖੇ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਮਨ ਦੀਆਂ ਗੱਲਾਂ ਨੇ। ਹੁਣ ਦੁਬਦਾ ਜਿਹੜਾ ਕਰਦਾ ਉਹ ਗੈਜਟ ਪੋਸਟ ਵਾਲਾ ਵੀ ਕਰੀ ਜਾਂਦਾ, ਵੈਲ ਐਜੂਕੇਟਡ ਹੁੰਦੇ ਨੇ, ਗੈਜਟ ਪੋਸਟ 'ਤੇ ਹੁੰਦੇ ਨੇ, ਉਹ ਆਪਣੇ ਘਰ ਪਰਿਵਾਰ ਦੇ ਵਿੱਚ ਹੀ ਦੁਬਦਾ ਕਰੀ ਜਾਂਦੇ ਨੇ, ਪੜ੍ਹਾਈ ਨੂੰ ਉੱਥੇ ਕੀ ਕਹੋਗੇ। ਤੇ ਇੱਕ ਅਨਪੜ੍ਹ ਜਿਹੜਾ ਉਹ ਆਪਣਾ ਪਰਿਵਾਰ ਵੀ ਕਈ ਦਫਾ ਵਧੀਆ ਚਲਾ ਰਿਹਾ ਜੇ ਉਹਨੂੰ ਸਿਮਰਨ ਕਰਦਾ ਤਾਂ। ਇਸ ਵਾਸਤੇ ਹੁਣ ਆਪਾਂ, ਇਹ ਤੁਹਾਡਾ ਠੀਕ ਹੋ ਗਿਆ, ਹੁਣ ਆਪਾਂ ਅੱਗੇ ਚੱਲ ਰਹੇ ਹਾਂ ਵੀ ਆਪਾਂ ਕੋਸ਼ਿਸ਼ ਕਰਨੀ ਹਾਂ, ਸਮਾਂ ਹੋ ਗਿਆ, ਚੱਲਦੇ ਰਹੀਏ ਅੱਗੇ। ਹਾਂਜੀ, ਥੋੜ੍ਹਾ ਜਿਹਾ ਆਪਾਂ ਵਿਚਾਰ ਕਰ ਲੈਂਦੇ ਵੀ ਇਹਦੀ ਗੱਲ ਕਰ ਰਹੇ ਸੀ ਆਪਾਂ, ਇਹਦੀ ਚਿੱਠੀ ਪਾੜ ਗਈ ਇੱਥੇ ਮਨਮੁਖ ਦੀ। ਇਹ ਹੁਣ ਆਪਣਾ ਵੀ ਸਮਾਂ ਨਾਲ ਨਾਲ ਦੇਖਣਾ ਸਾਰਿਆਂ ਨੇ, ਤੇ ਜਦੋਂ ਇਹ ਚਿੱਠੀ ਪਾੜਦੀ ਹੈ ਤੇ ਨਵਾਂ ਪਰਵਾਨਾ ਜਾਰੀ ਹੁੰਦਾ, ਇਹਨੂੰ ਫਿਰ ਸਾਨੂੰ ਲੈਣ ਵਾਸਤੇ ਆਉਂਦੇ ਨੇ। ਮਰ ਕਹਿੰਦੇ ਜਿਨਕੀ ਚੀਰੀ ਦਰਗੇ ਪਾਟੀ ਤੇ ਨਾ ਮਰ ਨਾ ਪਾਈ। ਤੇ ਜਦੋਂ ਫਿਰ ਲੈਣ ਵਾਸਤੇ ਆਉਂਦੇ ਨੇ, ਫਿਰ ਉੱਥੇ ਕੀ ਅਵਸਥਾ ਹੁੰਦੀ ਆ ਉਹ ਫਿਰ ਆਪਾਂ ਹੁਣ 1 ਘੰਟਾ ਤੁਸੀਂ ਰੈਸਟ ਕਰ ਲਓ, ਫਿਰ ਆਪਾਂ 2 ਵਜੇ ਸ਼ੁਰੂ ਕਰਾਂਗੇ, ਠੀਕ ਹੈ, ਜਾਂ ਸ਼ਾਮ ਦੀ ਕਲਾਸ ਵਿੱਚ ਕਰਾਂਗੇ। ਆਓ ਥੋੜ੍ਹਾ ਸਿਮਰਨ ਕਰ ਲਈਏ ਆਪਣੇ ਮਨ ਨੂੰ ਇਕਾਗਰ ਅਵਸਥਾ ਵਿੱਚ ਲਿਆਉਣ ਵਾਸਤੇ।